ਹੁਣ ਤੱਕ ਅਸੀਂ ਇਸ ਪੋਟੈਂਸ਼ੀਅਲ ਦੇ ਕਾਰਨ ਇੱਕ ਬਾਕਸ ਦੇ ਅੰਦਰ ਟ੍ਰੈਪਡ ਇੱਕ ਪਾਰਟੀਕਲ ਨੂੰ ਦੇਖਿਆ ਹੈ ਜੋ ਕੁਝ ਬਾਉਂਡਰੀਜ਼ ਤੇ ਇਨਫਿਨਿਟੀ ਹੈ। ਜੇਕਰ ਤੁਸੀਂ ਉਸ ਪੋਟੈਂਸ਼ੀਅਲ એનર્ਜੀ ਨੂੰ ਫਾਈਨਾਈਟ ਬਣਾਉਂਦੇ ਹੋ ਤਾਂ ਤੁਸੀਂ ਕਿਹੜੇ ਨਵੇਂ ਫੀਚਰ ਦੇਖਣਾ ਸ਼ੁਰੂ ਕਰਦੇ ਹੋ? ਅਤੇ ਨਵਾਂ ਸੋਲਿਊਸ਼ਨ ਕੀ ਹੈ? ਇਹ ਉਹ ਸਵਾਲ ਹਨ ਜੋ ਤੁਸੀਂ ਪੁੱਛ ਸਕਦੇ ਹੋ। ਇਹ ਵੀ ਤੁਸੀਂ ਵਨ ਡਾਇਮੈਂਸ਼ਨਲ ਪੋਟੈਂਸ਼ੀਅਲ ਵੈਲਜ਼ ਦੇ ਸੰਦਰਭ ਵਿੱਚ ਕੀਤਾ ਹੈ। ਤੁਸੀਂ ਕੀ ਕਰਦੇ ਹੋ? ਤੁਸੀਂ ਇਸ ਨੂੰ ਰੀਜਨ 1, ਰੀਜਨ 2, ਰੀਜਨ 3 ਵਿੱਚ ਵੰਡਦੇ ਹੋ। ਰੀਜਨ 1 ਅਤੇ ਰੀਜਨ 3 ਲਗਭਗ ਸਮਾਨ ਹਨ ਅਤੇ ਰੀਜਨ 1 ਮਾਈਨਸ ਇਨਫਿਨਿਟੀ ਤੱਕ ਜਾਂਦਾ ਹੈ। ਰੀਜਨ 2 ਜਾਂਦਾ ਹੈ। ਰੀਜਨ 3 ਪੋਜ਼ਿਟਿਵ ਇਨਫਿਨਿਟੀ ਤੱਕ ਜਾਂਦਾ ਹੈ। ਅਤੇ ਤੁਹਾਡੇ ਕੋਲ ਇੱਕ ਇੰਟਰਮੀਡੀਏਟ ਵੈਲ ਰੀਜਨ ਵੀ ਹੈ। ਅਤੇ ਜੇਕਰ એનર્ਜੀ ਜਿਸਨੂੰ E ਲੈਸ ਦੈਨ U ਵਜੋਂ ਮਾਰਕ ਕੀਤਾ ਗਿਆ ਹੈ, ਫਿਰ ਤੁਹਾਡੇ ਕੋਲ ਇੱਕ ਤਰ੍ਹਾਂ ਦੀ ਹੋ ਸਕਦੀ ਹੈ। ਕਲਾਸਿਕਲੀ ਇਹ ਹੋਣਾ ਸੀ ਜੇਕਰ ਪਾਰਟੀਕਲ ਇਨਸਾਈਡ ਸੀ। ਇਹ ਇਨਸਾਈਡ ਹੁੰਦਾ ਹੈ। ਕਿਉਂ? ਕਿਉਂਕਿ ਕੁੱਲ એનર્ਜੀ ਹੋਣੀ ਚਾਹੀਦੀ ਹੈ। ਪੋਟੈਂਸ਼ੀਅਲ એનર્ਜੀ ਤੋਂ ਘੱਟ ਨਹੀਂ ਹੋ ਸਕਦੀ। ਅਜਿਹਾ ਕੰਮ ਕਲਾਸਿਕਲੀ ਹੁੰਦਾ ਹੈ। ਤੁਹਾਨੂੰ ਕਾਈਨੈਟਿਕ એનર્ਜੀ ਨੈਗੇਟਿਵ ਮਿਲਦੀ ਹੈ। ਕਲਾਸਿਕਲ ਫਿਜ਼ਿਕਸ ਵਿੱਚ ਕਾਈਨੈਟਿਕ એનર્ਜੀ ਨੈਗੇਟਿਵ ਕੀ ਇਸ ਦੀ ਅਨੁਮਤੀ ਹੈ? ਅਨੁਮਤੀ ਨਹੀਂ ਹੈ। ਪਰ ਕੁਆਂਟਮ ਮਕੈਨਿਕਸ ਵਿੱਚ, ਕਿਉਂਕਿ ਅਸੀਂ ਲੈਣ ਜਾ ਰਹੇ ਹਾਂ, ਅਸੀਂ ਇਸ ਨੂੰ ਇਸ ਤਰ੍ਹਾਂ ਲੈਣ ਜਾ ਰਹੇ ਹਾਂ ਜਿਵੇਂ ਕਿ ਇਹ ਪੋਟੈਂਸ਼ੀਅਲ એનર્ਜੀ ਤੋਂ ਘੱਟ એનર્ਜੀ ਵਾਲੇ ਵੈਲ ਦੇ ਅੰਦਰ ਹੈ ਅਤੇ ਇਹ ਇੱਕ ਵੇਵ ਦੀ ਤਰ੍ਹਾਂ ਹੈ। ਰੀਜਨ 1 ਅਤੇ ਰੀਜਨ 3 ਵਿੱਚ ਵੇਵ ਦੇ ਬਾਹਰ ਆਉਣ ਦੀਆਂ ਸੰਭਾਵਨਾਵਾਂ ਹਨ। ਠੀਕ ਹੈ। ਇਸ ਲਈ ਇੱਥੇ ਮੈਂ ਇਹੀ ਕਹਿ ਰਹੀ ਹਾਂ ਕਿ ਵੈਲ ਦੇ ਅੰਦਰ ਪਾਰਟੀਕਲ ਦੀ એનર્ਜੀ ਨੂੰ E ਦੇ ਰੂਪ ਵਿੱਚ ਲਓ, ਜੋ ਕਿ ਪੋਟੈਂਸ਼ੀਅਲ એનર્ਜੀ ਤੋਂ ਘੱਟ ਹੈ, ਜੋ ਕਿ ਰੀਜਨ 1 ਅਤੇ ਰੀਜਨ 3 ਵਿੱਚ ਦਿਖਾਈ ਦਿੰਦੀ ਹੈ। ਅਤੇ ਹੁਣ ਅਸੀਂ ਇਸ ਨੂੰ ਕਲਾਸਿਕਲ ਮਕੈਨਿਕਸ ਵਿੱਚ ਦੇਖਣਾ ਚਾਹਾਂਗੇ। ਪਾਰਟੀਕਲ ਦੋ ਵਾਲਜ਼ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। x=0 ਅਤੇ x=L ਫਾਈਨਾਈਟ એનર્ਜੀ ਦੇ ਕਾਰਨ ਪਹਿਲਾਂ ਇੱਕ ਬਾਕਸ ਵਿੱਚ ਪ੍ਰੋਬਲਮ ਪਾਰਟੀਕਲ ਤੁਸੀਂ U ਟੈਂਡਿੰਗ ਟੂ ਇਨਫਿਨਿਟੀ ਕੀਤਾ ਹੈ। ਹੁਣ ਮੈਂ U ਨੂੰ ਫਾਈਨਾਈਟ ਬਣਾਇਆ ਹੈ। ਪਰ ਕੁਆਂਟਮ ਮਕੈਨਿਕਲੀ ਤੁਹਾਨੂੰ ਰੀਜਨ 1 ਅਤੇ ਰੀਜਨ 3 ਵਿੱਚ ਨਾਨ ਜ਼ੀਰੋ ਵੇਵ ਫੰਕਸ਼ਨ ਮਿਲੇਗਾ। ਤੁਸੀਂ ਸਾਰੇ ਸਹਿਮਤ ਹੋ? ਪਿਕਟੋਰੀਅਲੀ ਠੀਕ ਹੈ। ਇਸ ਲਈ ਮੈਂ ਇਹੀ ਕਿਹਾ ਹੈ ਕਿ ਕੁਆਂਟਮ ਮਕੈਨਿਕਲੀ ਰੀਜਨ 1 ਅਤੇ ਰੀਜਨ 3 ਵਿੱਚ ਪ੍ਰਵੇਸ਼ ਕਰਨ ਦੀ ਇੱਕ ਨਿਸ਼ਚਿਤ ਪ੍ਰੋਬੇਬਿਲਿਟੀ ਹੈ, ਭਾਵੇਂ ਪਾਰਟੀਕਲ ਦੀ ਕੁੱਲ એનર્ਜੀ ਪੋਟੈਂਸ਼ੀਅਲ એનર્ਜੀ ਤੋਂ ਘੱਟ ਹੈ। ਠੀਕ ਹੈ। ਇਸ ਲਈ ਤੁਸੀਂ ਵੇਵ ਫੰਕਸ਼ਨ ਨੂੰ ਪਲੋਟ ਕਰ ਸਕਦੇ ਹੋ। ਰੈੱਡ ਲਾਈਨ ਜਿਸ ਨੂੰ ਪਲੋਟ ਕੀਤਾ ਹੈ। ਰੈੱਡ ਲਾਈਨ ਅਸਲ ਵਿੱਚ ਹੈ। ਰੈੱਡ ਲਾਈਨ ਕੀ ਹੈ? ਇਨਫਾਈਨਾਈਟ ਪੋਟੈਂਸ਼ੀਅਲ એનર્ਜੀ ਦੇ ਨਾਲ ਬਾਕਸ ਵਿੱਚ ਪਾਰਟੀਕਲ ਗਰਾਊਂਡ ਸਟੇਟ ਵੇਵ ਫੰਕਸ਼ਨ। ਠੀਕ ਹੈ। ਹਰ ਕੋਈ ਸਹਿਮਤ ਹੈ। ਸਾਈਨ ਫੰਕਸ਼ਨ ਇਹ 0 ਤੱਕ ਜਾਂਦਾ ਹੈ ਅਤੇ x=0, x=L ਅਤੇ ਕੀ ਹੁੰਦਾ ਹੈ? ਇਸ ਲਈ ਇਸ ਨੂੰ ਸਿਰਫ ਡਿਫਰੈਂਸ਼ੀਅਲ ਇਕੁਏਸ਼ਨ ਦੇ ਸਹੀ ਜਵਾਬ ਦੇ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ। ਇੱਕ ਵਾਰ ਜਦੋਂ ਤੁਸੀਂ U ਨੂੰ ਫਾਈਨਾਈਟ ਬਣਾ ਦਿੱਤਾ ਤਾਂ ਵੇਵ ਫੰਕਸ਼ਨ ਦਾ ਟ੍ਰੈਂਡ ਇਹ ਹੈ ਕਿ ਰੀਜਨ 3 ਅਤੇ ਰੀਜਨ 1 ਵਿੱਚ ਘੱਟ ਹੋ ਜਾਂਦਾ ਹੈ ਅਤੇ ਇਹ 0 ਨਹੀਂ ਹੈ x=0 ਜਾਂ x=L ਤੇ ਅਤੇ ਇਹ ਸਭ ਵਿਸ਼ੇਸ਼ਤਾਵਾਂ ਦਾ ਧਿਆਨ ਰੱਖਦਾ ਹੈ। ਇੱਕ ਫੰਕਸ਼ਨ ਦੀ ਕੰਟੀਨਿਊਟੀ ਅਤੇ ਕੰਟੀਨਿਊਅਸ ਹੋਣ ਲਈ ਇੱਕ ਫੰਕਸ਼ਨ ਦਾ ਡੈਰੀਵੇਟਿਵ ਇਹ ਇਸ ਗੱਲ ਦਾ ਧਿਆਨ ਰੱਖੇਗਾ। ਪਹਿਲਾਂ ਜਦੋਂ ਅਸੀਂ ਇੱਕ ਬਾਕਸ ਵਿੱਚ ਪਾਰਟੀਕਲ ਕੀਤਾ ਸੀ ਤਾਂ ਸਾਨੂੰ ਇਸ ਬਾਰੇ ਧਿਆਨ ਦੇਣ ਦੀ ਲੋੜ ਨਹੀਂ ਸੀ ਕਿ ਇਹ ਸਹੀ ਹੈ। ਇਸ ਲਈ ਇਹਨਾਂ ਵਿੱਚੋਂ ਕੁਝ ਚੀਜ਼ਾਂ ਜਦੋਂ ਤੁਸੀਂ ਇਹਨਾਂ ਵਿੱਚੋਂ ਕੁਝ ਪਲੋਟਸ ਨੂੰ ਵਿਜ਼ੂਅਲੀ ਦੇਖਦੇ ਹੋ ਤਾਂ ਇਹ ਇਕੁਏਸ਼ਨਸ ਨੂੰ ਮਕੈਨਿਕਲੀ ਹੱਲ ਕਰਨ ਦੀ ਬਜਾਏ ਤੁਹਾਨੂੰ ਵਧੀਆ ਢੰਗ ਨਾਲ ਯਾਦ ਰਹੇਗਾ। ਇਸ ਲਈ ਅਚਾਨਕ ਇੱਕ ਬਾਕਸ ਵਿੱਚ ਪਾਰਟੀਕਲ ਮੈਂ ਅਚਾਨਕ ਬੈਰੀਅਰ ਨੂੰ ਇਨਫਾਈਨਾਈਟ ਬੈਰੀਅਰ ਤੋਂ ਇੱਕ ਨਿਸ਼ਚਿਤ ਉਚਾਈ ਤੱਕ ਘਟਾ ਦਿੱਤਾ ਅਤੇ ਗਰਾਊਂਡ ਸਟੇਟ ਵੇਵ ਫੰਕਸ਼ਨ ਨੂੰ ਪਲੋਟ ਕਰਨ ਲਈ ਕੀ ਹੋ ਸਕਦਾ ਹੈ? ਰੀਜਨ 1 ਅਤੇ ਰੀਜਨ 3 ਵਿੱਚ ਕੁਝ ਟੇਲਸ ਦਿਖਾਉਣਾ ਸ਼ੁਰੂ ਕਰੋ। ਵੇਵਲੈਂਥ ਦਾ ਕੀ ਹੁੰਦਾ ਹੈ ਤੁਸੀਂ ਦੇਖਣਾ ਸ਼ੁਰੂ ਕਰ ਸਕਦੇ ਹੋ।
ਇੱਕ ਇਨਫਾਈਨਾਈਟ ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ ਦੀ ਡਿਬਰੋਗਲੀ ਵੇਵਲੈਂਥ ਕਿੰਨੀ ਹੋਵੇਗੀ? ਪਾਰਟੀਕਲ ਦੀ ਗਰਾਊਂਡ ਸਟੇਟ ਲਓ। ਇਸ ਦੀ ਵੇਵਲੈਂਥ ਦਾ ਕੀ ਹੋਵੇਗਾ? ਪਿਕਟੋਰੀਅਲੀ ਤੁਸੀਂ ਵੇਵਲੈਂਥ ਦੇਖ ਸਕਦੇ ਹੋ। ਇੱਥੇ ਕੀ ਹੁੰਦਾ ਹੈ? ਵੱਧ ਰਹੀ ਹੈ, ਠੀਕ ਹੈ। 0 ਬਣਨ ਦੀ ਇਹ ਪੀਰੀਓਡਿਸਿਟੀ ਇਹ ਇੱਕ ਬਾਕਸ ਵਿੱਚ ਪਾਰਟੀਕਲ ਦੇ ਸੰਦਰਭ ਵਿੱਚ L ਹੈ। ਪਰ ਹੁਣ L ਨਹੀਂ ਹੈ, ਇਹ L ਤੋਂ ਵੱਧ ਹੈ। ਇਸ ਲਈ ਵੇਵਲੈਂਥ ਵਧਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਵੇਵਲੈਂਥ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਐਨਰਜੀ ਦਾ ਕੀ ਹੋਵੇਗਾ? ਐਨਰਜੀ ਘਟਣੀ ਸ਼ੁਰੂ ਹੋ ਜਾਵੇਗੀ। ਉੱਥੇ ਤੁਸੀਂ ਆਰਗੂਇੰਗ ਸ਼ੁਰੂ ਕਰ ਸਕਦੇ ਹੋ। ਇੱਥੋਂ ਤੱਕ ਕਿ ਅਸਲ ਸਥਿਤੀ ਵਿੱਚ ਕੀ ਹੁੰਦਾ ਹੈ ਨੂੰ ਮਹਿਸੂਸ ਕਰਨ ਲਈ ਇੱਕ ਗੁਣ ਪ੍ਰਾਪਤ ਕਰ ਸਕਦੇ ਹੋ। ਠੀਕ ਹੈ, ਇਸ ਲਈ ਫਿਰ ਫਾਰਮਲ ਮੈਥ ਜੋ ਤੁਸੀਂ ਸਾਰੇ ਕਰ ਚੁੱਕੇ ਹੋ। ਰੀਜਨ 1 ਰੀਜਨ 3 ਤੁਸੀਂ E ਲੈਸ ਦੈਨ U ਲੈਂਦੇ ਹੋ। ਠੀਕ ਹੈ, ਮੈਨੂੰ ਯਕੀਨ ਹੈ ਕਿ ਤੁਸੀਂ ਇਹ ਕੀਤਾ ਹੋਵੇਗਾ। ਅਤੇ ਤੁਸੀਂ ਫਿਰ ਲੈਂਦੇ ਹੋ ਕਿਉਂਕਿ E ਲੈਸ ਦੈਨ U ਹੈ। E ਮਾਈਨਸ U ਨੈਗੇਟਿਵ ਹੈ। ਤੁਸੀਂ ਇਸ ਨੂੰ ਨੈਗੇਟਿਵ A ਸਕੁਆਇਰਡ ਕਹਿੰਦੇ ਹੋ ਅਤੇ ਫਿਰ ਤੁਸੀਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਹੱਲ ਕਰ ਸਕਦੇ ਹੋ ਇੱਕ ਨੈਗੇਟਿਵ ਵੇਵ ਸਕੁਆਇਰਡ। ਅਤੇ ਫਿਰ ਤੁਸੀਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਹੱਲ ਕਰ ਸਕਦੇ ਹੋ। ਸੋਲਿਊਸ਼ਨ ਤੇਜ਼ੀ ਨਾਲ ਵਧ ਰਹੇ ਹਨ ਅਤੇ ਰੀਜਨ 1 ਅਤੇ ਰੀਜਨ 3 ਵਿੱਚ ਤੇਜ਼ੀ ਨਾਲ ਘਟ ਰਹੇ ਹਨ। ਫਾਰਮਲੀ ਇਸ ਨੂੰ AEX ਦੇ ਰੂਪ ਵਿੱਚ ਲਿਖੋ। ਮੈਂ ਥੋੜਾ ਜਲਦੀ ਨਾਲ ਦੱਸਣ ਜਾ ਰਹੀ ਹਾਂ ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਤੁਸੀਂ ਇਹ ਸਭ ਕੁਝ ਕਰ ਲਿਆ ਹੋਵੇਗਾ। ਮੈਂ ਤੁਹਾਨੂੰ ਯਾਦ ਕਰਵਾਉਣ ਲੱਗੀ ਹਾਂ, ਠੀਕ ਹੈ। ਅਜਿਹਾ ਨਹੀਂ ਹੈ ਕਿ ਇਹ ਕੁਆਂਟਮ ਮਕੈਨਿਕਸ ਦਾ ਵਿਸ਼ਾ ਨਹੀਂ ਹੈ, ਪਰ ਜੇਕਰ ਕੁਆਂਟਮ ਮਕੈਨਿਕਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਜਾਣਨ ਦੀ ਲੋੜ ਹੈ। ਮੈਂ ਨਹੀਂ ਚਾਹੁੰਦੀ ਕਿ ਤੁਸੀਂ ਭੁੱਲ ਜਾਓ, ਇਸ ਲਈ ਮੈਂ ਇਹ ਸਭ ਦੱਸ ਰਹੀ ਹਾਂ, ਠੀਕ ਹੈ। ਇਸ ਲਈ ਰੀਜਨ 1 ਅਤੇ ਰੀਜਨ 3 ਫਾਰਮਲੀ ਇਹ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਹੈ। ਪਰ ਤੁਸੀਂ ਕੰਡੀਸ਼ਨ ਲਗਾਉਣਾ ਸ਼ੁਰੂ ਕਰੋਗੇ। ਇਹਨਾਂ ਰੀਜਨਸ ਵਿੱਚ ਵੇਵ ਫੰਕਸ਼ਨ ਨਹੀਂ ਵਧ ਨਹੀਂ ਸਕਦਾ। ਠੀਕ ਹੈ, ਇਸ ਲਈ ਇਹ ਫਿਜ਼ਿਕਸ ਤੋਂ ਲਿਆ ਜਾਂਦਾ ਹੈ। ਇਸ ਲਈ ਇੱਕ ਵਾਰ ਤੁਸੀਂ ਇਹ ਕੰਡੀਸ਼ਨ ਲਗਾ ਦਿੰਦੇ ਹੋ ਕਿ ਵੇਵ ਫੰਕਸ਼ਨ ਵਧ ਨਹੀਂ ਸਕਦਾ, ਤਾਂ ਕਿਹੜੇ ਕੋਐਫੀਸ਼ੀਐਂਟ ਵੈਨਿਸ਼ ਹੋ ਜਾਣਗੇ। ਅਤੇ ਰੀਜਨ 1 ਜੋ ਮਾਈਨਸ ਇਨਫਿਨਿਟੀ ਤੱਕ ਐਕਸਟੈਂਡ ਹੈ, ਇੱਕ ਜੋ ਕਿ ਇੱਕ ਤਰ੍ਹਾਂ ਦਾ ਬਲੋ ਅਪ ਹੋਵੇਗਾ। ਇਹ ਦੂਜੀ ਟਰਮ ਹੈ। ਇਸ ਲਈ ਤੁਸੀਂ B ਕੋਐਫੀਸ਼ੀਐਂਟ ਨੂੰ 0 ਬਣਾ ਸਕਦੇ ਹੋ। ਇਸੇ ਤਰ੍ਹਾਂ ਰੀਜਨ 3 ਲਈ ਕਿਹੜਾ 0 ਹੋਣਾ ਚਾਹੀਦਾ ਹੈ? C 0 ਹੋਣਾ ਚਾਹੀਦਾ ਹੈ, ਠੀਕ ਹੈ। ਇਸ ਲਈ ਇਹ ਫਿਜ਼ਿਕਸ ਇਨਪੁਟ ਦਾ ਸੋਲਿਊਸ਼ਨ ਹੈ ਜੋ ਤੁਸੀਂ ਉੱਪਰ ਲਿਖਿਆ ਹੈ। ਇਹ ਬਲਾਈਂਡਲੀ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਦੇਖਣਾ ਹੈ, ਤੁਸੀਂ ਇਹ ਸੋਲਿਊਸ਼ਨ ਲਿਖੋਗੇ। ਠੀਕ ਹੈ, ਪਰ ਫਿਜ਼ਿਕਸ ਇਨਪੁਟ ਇਹ ਹੈ ਕਿ ਤੁਹਾਨੂੰ ਉਚਿਤ ਰੀਜਨ ਵਿੱਚ ਚੰਗੀ ਤਰ੍ਹਾਂ ਪਰਿਭਾਸ਼ਿਤ ਕਰਨ ਦੀ ਲੋੜ ਹੈ, ਜੋ ਤੁਹਾਨੂੰ ਦੱਸਦਾ ਹੈ ਕਿ ਕਿਹੜੇ ਕੋਐਫੀਸ਼ੀਐਂਟ ਨੂੰ 0B ਵਿੱਚ ਰੱਖਿਆ ਜਾ ਸਕਦਾ ਹੈ, ਜੋ ਰੀਜਨ 1 ਵਿੱਚ 0 ਹੋਵੇਗਾ ਅਤੇ ਰੀਜਨ 3 ਵਿੱਚ C 0 ਹੋਵੇਗਾ। ਠੀਕ ਹੈ, ਇਸ ਲਈ ਰੀਜਨ 1 ਅਤੇ ਰੀਜਨ 3 ਦਾ ਅਰਥਪੂਰਨ ਸੋਲਿਊਸ਼ਨ ਹੈ। Psi 1 of x is AE pi x ਅਤੇ Psi 3 of x is DE pi minus AX। ਰੀਜਨ 2 ਦੇ ਬਾਰੇ ਕੀ ਹੈ? ਰੀਜਨ 2 ਬਿਲਕੁਲ ਉਸੇ ਤਰ੍ਹਾਂ ਦਾ ਹੈ ਜੋ ਤੁਸੀਂ ਇੱਕ ਬਾਕਸ ਵਿੱਚ ਇੱਕ ਪਾਰਟੀਕਲ ਲਈ ਕੀਤਾ ਸੀ। ਕਿਉਂਕਿ ਬਾਕਸ ਦੇ ਅੰਦਰ U 0 ਹੈ, ਇਸ ਲਈ ਅਸੀਂ ਹੱਲ ਕਰ ਸਕਦੇ ਹਾਂ ਕਿ ਸਾਈਨੂਸੋਇਡਲ ਫੰਕਸ਼ਨ ਕਿਹੜਾ ਹੈ। ਪਰ ਕਿਉਂਕਿ ਵੇਵ ਫੰਕਸ਼ਨ x L ਅਤੇ x 0 ਤੇ ਵੈਨਿਸ਼ ਨਹੀਂ ਹੋ ਰਿਹਾ ਹੈ, ਇਹ ਆਮ ਤੌਰ ਤੇ ਦੋ ਸੋਲਿਊਸ਼ਨ ਦੀ ਇੱਕ ਲੀਨੀਅਰ ਸੁਪਰਪੋਜੀਸ਼ਨ ਹੋਵੇਗੀ। ਤੁਸੀਂ ਇਸ ਕੇਸ ਵਿੱਚ G ਨੂੰ 0 ਨਹੀਂ ਬਣਾ ਸਕਦੇ ਹੋ। G ਆਰਬਿਟਰੇਰੀ ਹੋ ਸਕਦਾ ਹੈ। ਤੁਸੀਂ ਇਸ ਨਾਲ ਸਹਿਮਤ ਹੋ? ਅਤੇ ਫਿਰ ਤੁਸੀਂ ਬਾਉਂਡਰੀ ਕੰਡੀਸ਼ਨਸ ਲਗਾਉਂਦੇ ਹੋ। ਵੇਵ ਫੰਕਸ਼ਨ ਦੀ ਕੰਟੀਨਿਊਇਟੀ। ਦੋ ਬਾਉਂਡਰੀਜ਼ ਕੀ ਹਨ? x 0 x L x 0 ਤੇ 1 ਅਤੇ 2 ਮੈਚ ਹੋਣੇ ਚਾਹੀਦੇ ਹਨ ਅਤੇ x L ਤੇ 2 ਅਤੇ 3 ਵੇਵ ਫੰਕਸ਼ਨ ਰੀਜਨ 2 ਅਤੇ ਰੀਜਨ 3 ਵਿੱਚ ਮੈਚ ਹੋਣੇ ਚਾਹੀਦੇ ਹਨ। ਠੀਕ ਹੈ, ਰੀਜਨ 2 ਅਤੇ ਰੀਜਨ 3 ਵੇਵ ਫੰਕਸ਼ਨ ਅਤੇ ਵੇਵ ਫੰਕਸ਼ਨ ਦਾ ਡੈਰੀਵੇਟਿਵ ਕਿਉਂਕਿ ਪੋਟੈਂਸ਼ੀਅਲ ਐਨਰਜੀ ਇੱਥੇ ਫਾਈਨਾਈਟ ਹੈ। ਜਦੋਂ ਪੋਟੈਂਸ਼ੀਅਲ ਐਨਰਜੀ ਫਾਈਨਾਈਟ ਹੁੰਦੀ ਹੈ, ਤਾਂ ਦੋਨੋਂ ਵੇਵ ਫੰਕਸ਼ਨ ਅਤੇ ਡੈਰੀਵੇਟਿਵ ਵੇਵ ਫੰਕਸ਼ਨ ਕੰਟੀਨਿਊਅਸ ਹੋਣਾ ਚਾਹੀਦਾ ਹੈ। ਇਸ ਲਈ ਮੈਂ ਪਹਿਲਾਂ ਹੀ ਕਿਹਾ ਹੈ ਕਿ ਵੇਵਲੈਂਥ ਇੱਕ ਇਨਫਾਈਨਾਈਟ ਵੈਲ ਵਿੱਚ ਇੱਕ ਪਾਰਟੀਕਲ ਨਾਲ ਕਿਵੇਂ ਕੰਪੇਅਰ ਕਰਦੀ ਹੈ। ਮੈਂ ਇੱਥੇ ਪਹਿਲਾਂ ਹੀ ਪਲੋਟਡ ਕੀਤਾ ਹੈ ਅਤੇ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਐਨਰਜੀ ਈਗਨ ਵੈਲਿਊਜ਼ ਦੀ ਤੁਲਨਾ ਵਿੱਚ ਐਨਰਜੀ ਆਈਗਨ ਵੈਲਿਊਜ਼ ਦੀ ਤੁਲਨਾ ਕਿਵੇਂ ਹੋਵੇਗੀ। ਠੀਕ ਹੈ, ਇਹ ਸਭ ਤਸਵੀਰ ਤੋਂ ਸਪਸ਼ਟ ਹੈ।
ਕੇਵਲ ਸੰਪੂਰਨਤਾ ਲਈ ਟਾਈਮ ਡਿਪੈਂਡੈਂਟ ਵੇਵ ਫੰਕਸ਼ਨ। ਕੋਈ ਇਸ ਨੂੰ ਕਿਵੇਂ ਕਰਦਾ ਹੈ? ਤੁਸੀਂ ਲਿਖਣ ਦੀ ਕੋਸ਼ਿਸ਼ ਕਰਦੇ ਹੋ? ਅਸੀਂ ਸਿਰਫ ਪੋਟੈਂਸ਼ੀਅਲ ਐਨਰਜੀਜ਼ ਹੀ ਲਵਾਂਗੇ ਜੋ ਸਿਰਫ x ਦੇ ਫੰਕਸ਼ਨ ਹਨ। ਠੀਕ ਹੈ, ਇਹ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹਨ ਜੋ ਤੁਸੀਂ ਇਸ ਕੋਰਸ ਵਿੱਚ ਦੇਖਣ ਜਾ ਰਹੇ ਹੋ। ਪਰ ਤੁਹਾਡੇ ਕੋਲ ਟਾਈਮ ਡਿਪੈਂਡੈਂਟ ਪੋਟੈਂਸ਼ੀਅਲਸ ਵੀ ਹੋ ਸਕਦੀਆਂ ਹਨ। ਅਸੀਂ ਇਸ ਨੂੰ ਅਗਲੇ ਕੋਰਸ ਵਿੱਚ ਦੇਖਾਂਗੇ। ਠੀਕ ਹੈ, ਅਗਲੇ ਲੈਵਲ ਦਾ ਕੋਰਸ। ਇਸ ਕੋਰਸ ਵਿੱਚ U ਸਿਰਫ ਪੋਜੀਸ਼ਨ ਦਾ ਇੱਕ ਫੰਕਸ਼ਨ ਹੋਵੇਗਾ ਅਤੇ 1 ਡਾਇਮੈਂਸ਼ਨ ਵਿੱਚ ਅਸੀਂ ਇਸ ਨੂੰ ਇੱਕ ਫੰਕਸ਼ਨ x ਵਜੋਂ ਲਵਾਂਗੇ। ਵੇਵ ਫੰਕਸ਼ਨ ਆਮ ਤੌਰ ਤੇ x ਅਤੇ t ਦਾ ਇੱਕ ਫੰਕਸ਼ਨ ਹੋ ਸਕਦਾ ਹੈ। ਕਿਉਂਕਿ ਪੋਟੈਂਸ਼ੀਅਲ ਊਰਜਾ ਕੇਵਲ x ਦਾ ਇੱਕ ਫੰਕਸ਼ਨ ਹੈ। ਡਿਫਰੈਂਸ਼ੀਅਲ ਇਕੁਏਸ਼ਨ ਨੂੰ ਵੇਖਦੇ ਹੋਏ, ਤੁਸੀਂ ਉਹਨਾਂ ਆਪਰੇਟਰਸ ਨੂੰ ਵੱਖ ਕਰ ਸਕਦੇ ਹੋ, ਜੋ ਸਪੇਸ ਡਿਪੈਂਡੈਂਟ ਆਪਰੇਟਰਸ ਤੋਂ ਟਾਈਮ ਡਿਪੈਂਡੈਂਟ ਆਪਰੇਟਰਸ ਤੇ ਡਿਪੈਂਡੈਂਟ ਹਨ। ਇਸ ਲਈ ਤੁਸੀਂ ਆਪਣਾ ਵੇਵ ਫੰਕਸ਼ਨ ਇਸ ਤਰ੍ਹਾਂ ਲਿਖ ਸਕਦੇ ਹੋ ਕਿ ਸਾਈ ਆਫ x ਅਤੇ ਫਾਈ ਆਫ t ਦਾ ਪ੍ਰੋਡਕਟ, ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ 2 ਡਾਇਮੈਂਸ਼ਨਲ ਬਾਕਸ ਵਿੱਚ ਕੀਤਾ ਸੀ। ਮੈਂ ਇੱਥੇ ਸਿਰਫ ਮਿਮਿਕ ਕਰਨਾ ਚਾਹਾਂਗੀ ਟਾਈਮ ਡਿਪੈਂਡੈਂਟ ਵੇਵ ਫੰਕਸ਼ਨ ਲਈ। ਇਸ ਲਈ ਤੁਹਾਨੂੰ ਟਾਈਮ ਡਿਪੈਂਡੈਂਟ ਵੇਵ ਫੰਕਸ਼ਨ ਯਾਦ ਹੈ। ਟਾਈਮ ਡਿਪੈਂਡੈਂਸ ਸ਼੍ਰੋਡਿੰਗਰ ਇਕੁਏਸ਼ਨ। ਅਸੀਂ ਇਸ ਨੂੰ ਇਸ ਢੰਗ ਨਾਲ ਦੁਬਾਰਾ ਲਿਖ ਸਕਦੇ ਹਾਂ। ਠੀਕ ਹੈ, ਇਹ ਪਾਠ ਹੈ IH ਕ੍ਰਾਸ ਡੈਲ ਸਾਈ ਆਫ xt ਬਾਈ ਡੈਲ t, ਜੋ ਸਿਰਫ ਫਾਈ ਆਫ t ਤੇ ਡਿਪੈਂਡੈਂਟ ਹੋ ਜਾਵੇਗਾ। ਇਸ ਲਈ ਤੁਸੀਂ ਇਸ ਨੂੰ ਪਾਰਸ਼ੀਅਲ ਡੈਰੀਵੇਟਿਵਜ਼ ਦੇ ਕੁੱਲ ਡੈਰੀਵੇਟਿਵਜ਼ ਆਫ ਫਾਈ ਆਫ t ਦੇ ਤੌਰ ਤੇ ਲਿਖ ਸਕਦੇ ਹੋ, ਅਤੇ ਤੁਸੀਂ ਇਸ ਨੂੰ ਇੱਕ ਵੇਵ ਫੰਕਸ਼ਨ ਨਾਲ ਡਿਵਾਈਡ ਕਰ ਸਕਦੇ ਹੋ ਅਤੇ ਇਸ ਨੂੰ 2 ਵੱਖਰੇ ਆਪਰੇਟਰਸ ਦੇ ਰੂਪ ਵਿੱਚ ਲਿਖ ਸਕਦੇ ਹੋ। ਆਪਰੇਟਰ ਜੋ ਸਿਰਫ t ਤੇ ਡਿਪੈਂਡ ਕਰਦੇ ਹਨ, ਆਪਰੇਟਰ ਜੋ ਸਿਰਫ x ਤੇ ਡਿਪੈਂਡ ਕਰਦੇ ਹਨ, ਅਤੇ ਤੁਸੀਂ ਇਸ ਨੂੰ ਇਕੁਏਟ ਕਰ ਸਕਦੇ ਹੋ ਟਾਈਮ ਡਿਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਤੋਂ। ਸਟੈਪ ਦਿਖਾਓ। ਕਿਰਪਾ ਕਰਕੇ ਇਸ ਨੂੰ ਹੱਲ ਕਰੋ ਅਤੇ ਸਟੈਪ ਦਿਖਾਓ, ਅਤੇ ਇਸ ਇਕੁਏਸ਼ਨ ਤੋਂ ਤੁਸੀਂ ਇਸ ਨੂੰ e ਦੇ ਇਕੁਅਲ ਹੋਣ ਲਈ ਹੱਲ ਕਰ ਸਕਦੇ ਹੋ। ਇਹ ਇਕੁਏਸ਼ਨ ਐਕਸਟ੍ਰੀਮ ਲੈਫਟ ਤੋਂ ਐਕਸਟ੍ਰੀਮ ਰਾਈਟ ਤੁਹਾਨੂੰ ਵੇਵ ਫੰਕਸ਼ਨ ਦਾ ਟਾਈਮ ਡਿਪੈਂਡੈਂਟ ਪੀਸ ਮਿਲੇਗਾ, ਜੋ ਉਸ ਐਨਰਜੀ ਦੀ ਐਨਰਜੀ ਤੇ ਡਿਪੈਂਡੈਂਟ ਹੈ। ਠੀਕ ਹੈ, ਇਸ ਲਈ ਉਹਨਾਂ ਪੋਟੈਂਸ਼ੀਅਲਸ ਲਈ ਟੋਟਲ ਵੇਵ ਫੰਕਸ਼ਨ ਕੀ ਹੋਵੇਗਾ ਜੋ ਸਿਰਫ ਪੋਜੀਸ਼ਨ ਡਿਪੈਂਡੈਂਟ ਹਨ। ਟੋਟਲ ਵੇਵ ਫੰਕਸ਼ਨ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ ਸਾਈ ਆਫ x ਟਾਈਮ ਇੰਡੀਪੈਂਡੈਂਟ ਇਕੁਏਸ਼ਨ ਦੇ ਲਈ ਸੋਲਿਊਸ਼ਨ ਹੈ, ਅਤੇ ਟਾਈਮ ਇੰਡੀਪੈਂਡੈਂਟ ਇਕੁਏਸ਼ਨ ਵਿੱਚ ਸਟੇਟ ਵੀ ਹੋਵੇਗੀ ਇੱਕ ਖਾਸ ਊਰਜਾਈ ਜਿਸ ਵਿੱਚ ਇੱਕ ਵਿਸ਼ੇਸ਼ ਐਨਰਜੀ ਹੋਵੇਗੀ। ਠੀਕ ਹੈ, ਅਤੇ ਉਸ ਲਈ ਐਨਰਜੀ ਲਈ ਸਾਡੇ ਕੋਲ ਇੱਕ ਐਕਸਪੋਨੈਂਸ਼ੀਅਲ ਫੈਕਟਰ ਹੋਵੇਗਾ ਜੋ ਟਾਈਮ ਡਿਪੈਂਡੈਂਟ ਹੈ, ਮਲਟੀਪਲਾਈਂਗ ਦੈਟ ਟਾਈਮ ਇੰਡੀਪੈਂਡੈਂਟ ਪੋਟੈਂਸ਼ੀਅਲ ਦੇ ਲਈ। ਇਹ ਸਭ ਤੋਂ ਜਨਰਲ ਸੋਲਿਊਸ਼ਨ ਹੈ, ਅਤੇ ਇਹ ਸਾਈ ਆਫ x ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਨੂੰ ਪੂਰਾ ਕਰਦੇ ਹਨ। ਅਤੇ ਤੁਸੀਂ ਅਜਿਹੇ ਮਾਮਲਿਆਂ ਲਈ ਦਿਖਾ ਸਕਦੇ ਹੋ ਜਿੱਥੇ ਤੁਹਾਡੇ ਕੋਲ ਹਨ ਉਹਨਾਂ ਨੂੰ ਸਟੇਸ਼ਨਰੀ ਸਟੇਟਸ ਕਿਹਾ ਜਾਂਦਾ ਹੈ। ਜੇਕਰ ਤੁਸੀਂ ਇਸ ਦੇ ਸਿਵਾ ਕਰਦੇ ਹੋ ਫਾਈ ਆਫ xt ਸਕੁਏਅਰਡ ਇੱਥੇ, ਤਾਂ ਇਹ ਇੱਥੇ ਮੋਡ ਸਾਈ ਆਫ x ਸਕੁਏਅਰਡ ਵਾਂਗ ਹੈ। ਕੀ ਇਹ ਸਪਸ਼ਟ ਹੈ? ਕਿਉਂਕਿ ਇਹ ਕੇਵਲ ਇੱਕ ਫੇਸ ਫੈਕਟਰ ਹੈ। ਇਸ ਲਈ ਅਜਿਹੀ ਸਟੇਟ ਜੋ ਇਸ ਪ੍ਰੋਪਰਟੀ ਨੂੰ ਪੂਰਾ ਕਰਦੀ ਹੈ, ਉਹਨਾਂ ਨੂੰ ਸਟੇਸ਼ਨਰੀ ਕਿਹਾ ਜਾਂਦਾ ਹੈ। ਅਤੇ ਸੁਪਰਪੋਜੀਸ਼ਨ ਸਟੇਟ ਸਟੇਸ਼ਨਰੀ ਸਟੇਟਸ। ਮੰਨ ਲਓ ਕਿ ਮੈਂ ਇੱਕ ਬਾਕਸ ਵਿੱਚ ਇੱਕ ਪਾਰਟੀਕਲ ਲੈਂਦੀ ਹਾਂ, ਅਤੇ ਸਟੇਟ ਨੂੰ ਗਰਾਊਂਡ ਸਟੇਟ ਦੀ ਇੱਕ ਸੁਪਰਪੋਜੀਸ਼ਨ ਮੰਨ ਲਓ ਅਤੇ ਪਹਿਲੀ ਐਕਸਾਈਟਡ ਸਟੇਟ। ਕੀ ਉਹ ਸਟੇਸ਼ਨਰੀ ਸਟੇਟ ਹਨ? ਨਹੀਂ, ਉਹ ਸਟੇਸ਼ਨਰੀ ਸਟੇਟ ਨਹੀਂ ਹਨ। 2 ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ। ਜੇਕਰ ਮੈਂ ਡੀਜਨਰੇਟ ਸਟੇਟਸ ਦੀ ਸੁਪਰਪੋਜੀਸ਼ਨ ਲੈਂਦੀ ਹਾਂ, ਤਾਂ ਉੱਥੇ ਕੀ ਹੁੰਦਾ ਹੈ? ਉਹ ਸਟੇਸ਼ਨਰੀ ਸਟੇਟਸ ਹੋਣਗੀਆਂ। ਇਸ ਬਾਰੇ ਸੋਚੋ। ਇਸ ਲਈ ਐਨਰਜੀ ਇੱਕੋ ਜਿਹੀ ਹੋਵੇਗੀ। ਇਸ ਲਈ ਇਹ ਇੱਕ ਸਟੇਸ਼ਨਰੀ ਸਟੇਟ ਵਾਂਗ ਦਿਖਾਈ ਦੇਵੇਗੀ। ਇਸ ਲਈ ਇਹਨਾਂ ਵਿੱਚੋਂ ਕੁਝ ਚੀਜ਼ਾਂ। ਇਸ ਲਈ ਇੱਕ ਵਾਰ ਜਦੋਂ ਤੁਸੀਂ 2 ਡਾਇਮੈਂਸ਼ਨਲ ਪ੍ਰਾਪਤ ਕਰ ਲੈਂਦੇ ਹੋ, ਸਟੇਸ਼ਨਰੀ ਸਟੇਟਸ ਸਬ ਸਪੇਸ ਵਿੱਚ ਵੀ ਹੋ ਸਕਦੀਆਂ ਹਨ, ਜਿੱਥੇ ਇਹ ਡੀਜਨਰੇਟ ਸਟੇਟਸ ਦੀ ਸੁਪਰਪੋਜੀਸ਼ਨ ਵਿੱਚ ਹੋ ਸਕਦੀਆਂ ਹਨ। ਇਸ ਲਈ ਇਹ ਵੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ ਜੋ ਪ੍ਰਯੋਗਾਂ ਵਿੱਚ ਹੁੰਦੀ ਹੈ, ਜਿਸ ਨੂੰ ਟਨਲ ਇਫੈਕਟ ਕਿਹਾ ਜਾਂਦਾ ਹੈ, ਜਿਸ ਲਈ ਕੁਆਂਟਮ ਮਕੈਨਿਕਸ ਦੀ ਲੋੜ ਹੁੰਦੀ ਹੈ। ਤੁਸੀਂ ਲੈਬ ਵਿੱਚ ਦੇਖੀ ਜਾਣ ਵਾਲੀ ਟਨਲਿੰਗ ਦੀ ਵਿਆਖਿਆ ਕਰਨ ਲਈ ਕਲਾਸੀਕਲ ਮਕੈਨਿਕਸ ਨਾਲ ਕੰਮ ਨਹੀਂ ਕਰ ਸਕਦੇ, ਅਤੇ ਅਸੀਂ ਹੁਣ ਤੱਕ ਇਨਫਾਈਨਾਈਟ ਪੋਟੈਂਸ਼ੀਅਲ ਵੈਲ ਅਤੇ ਫਾਈਨਾਈਟ ਪੋਟੈਂਸ਼ੀਅਲ ਵੈਲ ਪ੍ਰੋਬਲਮਸ ਦੇਖੀਆਂ ਹਨ।
ਅਸੀਂ ਟਾਈਮ ਪੋਟੈਂਸ਼ੀਅਲ એનર્ਜੀ ਨੂੰ ਵੀ ਦੇਖਿਆ ਹੈ ਕਿ ਉਹਨਾਂ ਲਈ ਟਾਈਮ ਇੰਡੀਪੈਂਡੈਂਸ ਨੂੰ ਕਿਵੇਂ ਲਿਖਣਾ ਹੈ। ਇਹਨਾਂ ਨੂੰ ਸੰਖੇਪ ਕਰਨ ਲਈ, ਇਸ ਲਈ ਹੁਣ ਅਸੀਂ ਕੀ ਦੇਖਣਾ ਚਾਹੁੰਦੇ ਹਾਂ? ਭਾਵੇਂ ਪਾਰਟੀਕਲ ਕੋਲ ਬੈਰੀਅਰ ਨੂੰ ਪਾਰ ਕਰਨ ਲਈ ਲੋੜੀਂਦੀ એનર્ਜੀ ਨਹੀਂ ਹੈ, ਤੁਸੀਂ ਫਿਰ ਵੀ ਇਸ ਵਿੱਚੋਂ ਟਨਲ ਕਰ ਸਕਦੇ ਹੋ। ਇਸ ਲਈ ਇਹ ਉਹ ਹੈ ਜੋ ਮੈਂ ਤੁਹਾਡੇ ਫਾਈਨਾਈਟ ਲਈ ਦਿਖਾਇਆ ਹੈ। ਫਾਈਨਾਈਟ ਵੈਲ ਮੈਂ ਤੁਹਾਨੂੰ ਦਿਖਾਇਆ ਹੈ। ਜੇਕਰ ਮੰਨ ਲਓ ਪਾਰਟੀਕਲ ਦੀ એનર્ਜੀ E ਅਤੇ U ਹੈ ਜਿੱਥੇ E ਲੈਸ ਦੈਨ U ਹੈ, ਵੇਵ ਫੰਕਸ਼ਨ ਅਸਲ ਵਿੱਚ ਕ੍ਰਾਸ ਕਰ ਸਕਦਾ ਹੈ। ਤੁਹਾਨੂੰ ਪਤਾ ਹੈ ਕਿ ਇਹ ਰੀਜਨ 1 ਅਤੇ ਰੀਜਨ 3 ਵਿੱਚ ਟਨਲ ਕਰ ਸਕਦਾ ਹੈ, ਠੀਕ ਹੈ। ਇਸ ਦੀ ਵੀ ਇੱਕ ਸਮਾਨ ਸਥਿਤੀ ਹੋ ਸਕਦੀ ਹੈ ਬੈਰੀਅਰਸ ਦੇ ਸੰਦਰਭ ਵਿੱਚ, ਜਿੱਥੇ ਪਾਰਟੀਕਲ ਦੀ એનર્ਜੀ ਪੋਟੈਂਸ਼ੀਅਲ ਬੈਰੀਅਰ ਦੀ એનર્ਜੀ ਤੋਂ ਘੱਟ ਹੈ। ਮੰਨ ਲਓ ਕਿ ਤੁਸੀਂ ਮਾਊਂਟੇਨ ਤੇ ਚੜ੍ਹਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਉਸ ਮੋਮੈਂਟਮ ਤੇ ਚੜ੍ਹਨ ਲਈ ਇੰਨੀ એનર્ਜੀ ਨਹੀਂ ਹੈ। ਤੁਹਾਡੇ ਕੋਲ ਮਾਊਂਟੇਨ ਤੇ ਚੜ੍ਹਨ ਲਈ ਉਹ ਮੋਮੈਂਟਮ ਜਾਂ એનર્ਜੀ ਨਹੀਂ ਹੈ। ਕਲਾਸਿਕਲੀ ਅਸੀਂ ਨਹੀਂ ਕਰ ਸਕਦੇ। ਜੇਕਰ ਤੁਹਾਡੇ ਕੋਲ ਪੋਟੈਂਸ਼ੀਅਲ એનર્ਜੀ ਦੇ ਵਿਪਰੀਤ ਜਾਣ ਲਈ ਇੰਨੀ એનર્ਜੀ ਹੈ ਤਾਂ ਹੀ ਤੁਸੀਂ ਜਾ ਸਕਦੇ ਹੋ। ਕੁਆਂਟਮ ਮਕੈਨਿਕਲੀ, ਇੱਕ ਮਾਈਕਰੋਸਕੋਪਿਕ ਪਾਰਟੀਕਲ ਹੁੰਦਾ ਹੈ, ਇਹ ਦੂਜੇ ਪਾਸੇ ਵੱਲ ਜਾਣ ਵਾਲੇ ਸੰਕੇਤ ਦਿਖਾਉਣਾ ਸ਼ੁਰੂ ਕਰ ਸਕਦਾ ਹੈ। ਇਸ ਲਈ ਮਾਈਕਰੋਸਕੋਪਿਕ ਵਰਲਡ ਵਿੱਚ ਅਜਿਹਾ ਹੋਵੇਗਾ। ਮਾਈਕਰੋਸਕੋਪਿਕ ਵਰਲਡ ਲਈ, ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ, ਵੇਵਲੈਂਥ ਇੰਨੀ ਛੋਟੀ ਹੈ ਕਿ ਉਹ ਸੰਕੇਤ ਦਿਖਾਈ ਨਹੀਂ ਦੇ ਰਹੇ ਹਨ। ਨੇਚਰ ਵਰਗੀ ਵੇਵ ਦਿਖਾਈ ਨਹੀਂ ਦੇ ਰਹੀ ਹੈ, ਠੀਕ ਹੈ। ਠੀਕ ਹੈ, ਇਸ ਲਈ E ਲੈਸ ਦੈਨ ਪੋਟੈਂਸ਼ੀਅਲ એનર્ਜੀ ਵਾਲਾ ਇਲੈਕਟ੍ਰੋਨ ਲਓ ਅਤੇ ਫਿਰ ਟਨਲ ਇਫੈਕਟ ਪ੍ਰਯੋਗਾਤਮਕ ਤੌਰ ਤੇ ਦੇਖਿਆ ਗਿਆ ਕਿ ਇਸ ਦਾ ਕੀ ਮਤਲਬ ਹੈ। ਕਲਾਸਿਕਲੀ ਜੇਕਰ ਮੈਂ ਰੀਜਨ 1 ਤੋਂ ਪਾਰਟੀਕਲ ਜਾਂ ਬੀਮ ਵਿੱਚ ਸ਼ੂਟ ਕਰਦਾ ਹਾਂ, ਕੀ ਮੈਂ ਇਸ ਨੂੰ ਰੀਜਨ 3 ਵਿੱਚ ਦੇਖਾਂਗਾ? ਨਹੀਂ, ਕਲਾਸਿਕਲੀ ਮੈਂ ਨਹੀਂ ਦੇਖ ਸਕਦਾ। ਕੁਆਂਟਮ ਮਕੈਨਿਕਲੀ ਸਾਨੂੰ ਰੀਜਨ 3 ਤੋਂ ਬਾਹਰ ਆਉਣ ਵਾਲਾ ਕਿਸੇ ਕਿਸਮ ਦਾ ਸਿਗਨਲ ਮਿਲਦਾ ਹੈ, ਭਾਵੇਂ ਕਿ ਬੀਮ ਦੀ એનર્ਜੀ ਜੋ ਮੈਂ ਭੇਜੀ ਹੈ ਉਸ ਰੀਜਨ ਦੀ ਪੋਟੈਂਸ਼ੀਅਲ એનર્ਜੀ ਨਾਲੋਂ ਬਹੁਤ ਘੱਟ ਹੈ ਜੋ ਮੈਂ ਇੱਥੇ ਦਿੱਤੀ ਹੈ। ਠੀਕ ਹੈ, ਮੈਂ ਇਸ ਕਿਸਮ ਦੇ ਪੋਟੈਂਸ਼ੀਅਲ એનર્ਜੀ ਰੀਜਨ ਵਿੱਚ ਕਿਵੇਂ ਰੱਖਾਂ? ਮੈਂ ਇੱਕ ਕਾਂਸਟੈਂਟ ਇਲੈਕਟ੍ਰਿਕ ਫੀਲਡ ਬਣਾਉਣ ਦੀ ਕੋਸ਼ਿਸ਼ ਕਰ ਸਕਦੀ ਹਾਂ। ਤੁਸੀਂ ਜਾਣਦੇ ਹੋ ਕਿ ਮੈਂ x=0 ਤੋਂ x=L ਦੇ ਵਿਚਕਾਰ ਕਿਸੇ ਰੀਜਨ ਵਿੱਚ ਇਹ ਦੇ ਸਕਦੀ ਹਾਂ। ਮੈਂ ਇਸ ਨੂੰ ਬਣਾ ਸਕਦੀ ਹਾਂ। ਮੈਂ ਇੱਕ ਨਾਨ ਟ੍ਰਿਵੀਅਲ ਪੋਟੈਂਸ਼ੀਅਲ એનર્ਜੀ ਰੀਜਨ ਬਣਾ ਸਕਦੀ ਹਾਂ, ਠੀਕ ਹੈ। ਪਾਰਟੀਕਲ ਜੋ ਇੱਥੇ ਆ ਰਿਹਾ ਹੈ ਜਾਂ ਇੱਕ ਬੀਮ ਜੋ ਇੱਥੇ ਆ ਰਿਹਾ ਹੈ, ਉਸ ਰੀਜਨ ਨੂੰ ਕ੍ਰਾਸ ਕਰਨ ਦੇ ਯੋਗ ਨਹੀਂ ਹੋਵੇਗਾ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਲੋੜੀਂਦੀ એનર્ਜੀ ਨਹੀਂ ਹੋਵੇਗੀ। ਪਰ ਕੁਆਂਟਮ ਮਕੈਨਿਕਲੀ ਇਹ ਇਸ ਰਾਹੀਂ ਟਨਲ ਕਰ ਸਕਦਾ ਹੈ ਕਿਉਂਕਿ ਇਹ ਇੱਕ ਡੈਂਪਿੰਗ ਵੇਵ ਫੰਕਸ਼ਨ ਹੈ ਅਤੇ ਇਹ ਇਸ ਵਿੱਚੋਂ ਬਾਹਰ ਆ ਸਕਦਾ ਹੈ। ਇੱਕ ਵਾਰ ਜਦੋਂ ਇਸ ਵਿੱਚੋਂ ਬਾਹਰ ਆ ਜਾਂਦਾ ਹੈ, ਦੁਬਾਰਾ ਇਹ ਇੱਕ ਫਰੀ ਪਾਰਟੀਕਲ ਵਾਂਗ ਹੋ ਸਕਦਾ ਹੈ, ਠੀਕ ਹੈ। ਇਸ ਲਈ ਇਹ ਟ੍ਰੈਂਡ ਕੁਆਲਿਟੇਟਿਵ ਹੈ। ਇਸ ਲਈ ਜਿਵੇਂ ਅਸੀਂ ਪੋਟੈਂਸ਼ੀਅਲ ਵੈਲ ਦੇ ਕੇਸ ਵਿੱਚ ਕੀਤਾ ਸੀ, ਤੁਸੀਂ ਰੀਜਨ 1 ਰੀਜਨ 3 ਨੂੰ ਹੱਲ ਕਰ ਸਕਦੇ ਹੋ। ਰੀਜਨ 1 ਰੀਜਨ 3 ਇੱਕ ਫਰੀ ਪਾਰਟੀਕਲ U=0 ਸਿਚੁਏਸ਼ਨ ਦੀ ਤਰ੍ਹਾਂ ਹੈ। ਇਸ ਲਈ ਤੁਸੀਂ ਸੋਲਿਊਸ਼ਨ ਨੂੰ ਫਰੀ ਵੇਵਜ਼ ਦੇ ਕੰਬੀਨੇਸ਼ਨ ਵਜੋਂ ਲਿਖ ਸਕਦੇ ਹੋ, ਜੋ ਕਿ ਓਸੀਲੇਟਰੀ ਸੋਲਿਊਸ਼ਨ ਹੈ। ਅਤੇ ਇਹਨਾਂ ਟਰਮਜ਼ ਦੀ ਵਿਆਖਿਆ ਕੀ ਹੈ? ਰੀਜਨ 1 ਵਿੱਚ ਆਉਣ ਵਾਲੀ ਵੇਵ x ਡਾਇਰੈਕਸ਼ਨ ਵਿੱਚ ਜਾ ਰਹੀ ਹੈ ਅਤੇ ਰਿਫਲੈਕਟਡ ਵੇਵ ਆਪੋਜ਼ਿਟ ਡਾਇਰੈਕਸ਼ਨ ਵਿੱਚ ਜਾ ਰਹੀ ਹੈ। b ਫੈਕਟਰ ਮਲਟੀਪਲਾਈਂਗ the ਰਿਫਲੈਕਟਡ ਵੇਵ ਅਤੇ AE ਪਰ I ਕੇ x ਇਨਕਮਿੰਗ ਵੇਵ ਅਤੇ ਰੀਜਨ 3 ਹੈ। ਤੁਹਾਡੀ ਕੀ ਐਕਸਪੈਕਟੇਸ਼ਨ ਹੈ? ਇਨਕਮਿੰਗ ਬੀਮ ਅੰਦਰ ਜਾਂਦੀ ਹੈ, ਭਾਵੇਂ ਕਿ ਇੰਟਰਮੀਡੀਏਟ ਰੀਜਨ ਵਿੱਚ ਪੋਟੈਂਸ਼ੀਅਲ એનર્ਜੀ ਇਸ ਦੀ ਊਰਜਾ ਨਾਲੋਂ ਵੱਧ ਹੁੰਦੀ ਹੈ। ਇਹ ਅੰਦਰੋਂ ਤੇਜ਼ੀ ਨਾਲ ਘਟਦੀ ਹੈ। ਉਸ ਤੋਂ ਬਾਅਦ ਇਸ ਨੂੰ ਰਿਫਲੈਕਟ ਕਰਨ ਲਈ ਕੁਝ ਵੀ ਨਹੀਂ ਹੈ। ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ, ਠੀਕ ਹੈ। ਇਸ ਲਈ ਤੁਹਾਡੇ ਕੋਲ ਸਿਰਫ ਇੱਕ ਫਾਰਵਰਡ ਵੇਵ ਹੋਵੇਗੀ ਜਿਸ ਨੂੰ ਟਰਾਂਸਮਿਟਡ ਮੈਥੇਮੈਟਿਕਲੀ ਕਿਹਾ ਜਾਂਦਾ ਹੈ। ਤੁਸੀਂ ਇੱਕ ਲੀਨੀਅਰ ਸੁਪਰਪੋਜੀਸ਼ਨ ਲਿਖ ਸਕਦੇ ਹੋ
ਪਰ ਖੱਬੇ ਪਾਸੇ ਤੋਂ ਆਉਣ ਵਾਲੀ ਬੀਮ ਦੀ ਇਸ ਕੁਆਲਿਟੇਟਿਵ ਸਿਚੁਏਸ਼ਨ ਨੂੰ ਦੇਖਦੇ ਹੋਏ ਇੱਕ ਬੈਰੀਅਰ ਦਾ ਸਾਹਮਣਾ ਕਰਨਾ ਜਿਸ ਦੀ ਪੋਟੈਂਸ਼ੀਅਲ એનર્ਜੀ ਆਉਣ ਵਾਲੀ ਬੀਮ ਦੀ ਊਰਜਾ ਤੋਂ ਵੱਧ ਹੈ, ਰੀਜਨ 2 ਵਿੱਚ ਤੇਜ਼ੀ ਨਾਲ ਘਟ ਜਾਂਦੀ ਹੈ। ਅਤੇ ਜਦੋਂ ਇਹ ਬਾਹਰ ਆਉਂਦੀ ਹੈ, ਇਸ ਨੂੰ ਵਾਪਸ ਰਿਫਲੈਕਟ ਕਰਨ ਲਈ ਕੁਝ ਵੀ ਨਹੀਂ ਹੈ, ਇਹ ਚਲਦੀ ਰਹਿੰਦੀ ਹੈ। ਇਸ ਲਈ ਟਰਾਂਸਮਿਟਡ ਵੇਵ ਹੈ। ਠੀਕ ਹੈ, ਇਸ ਲਈ ਮੈਂ ਇਸ ਨੂੰ ਇੱਥੇ ਪਿਕਟੋਰੀਅਲੀ ਵੀ ਦਿਖਾਇਆ ਹੈ। ਇਸ ਲਈ ਜਦੋਂ ਇਸ ਬੈਰੀਅਰ ਦਾ ਸਾਹਮਣਾ ਕਰਦੀ ਹੈ ਤਾਂ ਇੱਕ ਆਉਣ ਵਾਲੀ ਬੀਮ ਹੁੰਦੀ ਹੈ ਜੋ ਰਿਫਲੈਕਟਡ ਬੀਮ ਹੋ ਸਕਦੀ ਹੈ, ਪਰ ਇਸ ਰੀਜਨ ਦੇ ਅੰਦਰ ਇਹ ਤੇਜ਼ੀ ਨਾਲ ਡੈਂਪਿੰਗ ਹੁੰਦੀ ਰਹਿੰਦੀ ਹੈ। ਅਤੇ ਦੁਬਾਰਾ ਜਦੋਂ ਇਹ ਇੱਥੇ ਬਾਹਰ ਆਉਂਦੀ ਹੈ, ਤਾਂ ਇਹ ਅੱਗੇ ਦੀ ਦਿਸ਼ਾ ਵਿੱਚ ਜਾਂਦੀ ਹੈ ਜੋ ਟਰਾਂਸਮਿਟਡ ਬੀਮ ਹੈ। ਇਸ ਲਈ ਤਸਵੀਰ ਸਪਸ਼ਟ ਹੈ। ਅਤੇ ਪ੍ਰਯੋਗਵਾਦੀ ਕੀ ਦੇਖਣਾ ਚਾਹੁੰਦੇ ਹਨ? ਉਹ ਰੀਜਨ 3 ਵਿੱਚ ਸਿਗਨਲ ਦੇਖਣਾ ਚਾਹੁੰਦੇ ਹਨ। ਇੱਕ ਕੁਆਂਟੀਟੀ ਨੂੰ ਪਰਿਭਾਸ਼ਿਤ ਕਰਦੇ ਹਨ ਜਿਸ ਨੂੰ ਟਰਾਂਸਮਿਸ਼ਨ ਐਂਪਲੀਟਿਊਡ ਜਾਂ ਟਰਾਂਸਮਿਸ਼ਨ ਕੋਐਫੀਸ਼ੀਐਂਟ ਜਾਂ ਟਰਾਂਸਮਿਸ਼ਨ ਪ੍ਰੋਬੇਬਿਲਿਟੀ ਕੈਪੀਟਲ T ਕਿਹਾ ਜਾਂਦਾ ਹੈ, ਜਿਸ ਵਿੱਚ ਰੀਜਨ 3 ਵਿੱਚ ਦੇਖੇ ਜਾਣ ਵਾਲੇ ਪਾਰਟੀਕਲ ਦੀ ਪ੍ਰੋਬੇਬਿਲਿਟੀ ਬਾਰੇ ਜਾਣਕਾਰੀ ਹੋਵੇਗੀ। ਇਹ ਸਪਸ਼ਟ ਤੌਰ ਤੇ ਫਲਕਸ ਹੋਣਾ ਚਾਹੀਦਾ ਹੈ ਜੋ ਦੇਖਿਆ ਜਾਂਦਾ ਹੈ। ਅਸੀਂ ਪਰਿਭਾਸ਼ਿਤ ਕਰਾਂਗੇ ਕਿ ਫਲਕਸ ਕੀ ਹੈ ਅਤੇ ਇਨਕਮਿੰਗ ਬੀਮ ਦੇ ਸੰਬੰਧ ਵਿੱਚ ਉਹ ਅਨੁਪਾਤ ਜੋ ਕਿ ਸਿਰਫ ਫਾਰਵਰਡ ਇਨਸੀਡੈਂਟ ਬੀਮ ਹੈ, ਜੋ ਕੋਐਫੀਸ਼ੀਐਂਟ A ਤੇ ਡਿਪੈਂਡ ਕਰਦਾ ਹੈ। ਇਸ ਲਈ ਉਹ ਅਨੁਪਾਤ ਹੈ ਜਿਸ ਨੂੰ ਟਰਾਂਸਮਿਸ਼ਨ ਕੋਐਫੀਸ਼ੀਐਂਟ ਕਿਹਾ ਜਾਂਦਾ ਹੈ। ਕੰਜ਼ਰਵੇਸ਼ਨ ਸਾਨੂੰ ਦੱਸੇਗੀ ਕਿ ਜੇਕਰ ਟਰਾਂਸਮਿਸ਼ਨ ਕੋਐਫੀਸ਼ੀਐਂਟ T ਪਾਇਆ ਜਾਂਦਾ ਹੈ, ਤਾਂ ਇੱਕ ਬਰਾਬਰ ਰਿਫਲੈਕਸ਼ਨ ਕੋਐਫੀਸ਼ੀਐਂਟ ਵੀ ਹੁੰਦਾ ਹੈ। ਇੱਕ ਰਿਫਲੈਕਸ਼ਨ ਬੀਮ ਹੁੰਦੀ ਹੈ। ਜੇਕਰ ਇਸ ਰੀਜਨ ਵਿੱਚ ਇੱਕ ਡਿਟੈਕਟਰ ਲਗਾਇਆ ਜਾਂਦਾ ਹੈ, ਤਾਂ ਤੁਹਾਨੂੰ ਇੱਕ ਰਿਫਲੈਕਟਡ ਫਲਕਸ ਵੀ ਮਿਲਦਾ ਹੈ ਅਤੇ ਇਹ ਤੁਹਾਨੂੰ ਇੱਕ ਰਿਫਲੈਕਸ਼ਨ ਕੋਐਫੀਸ਼ੀਐਂਟ ਜਾਂ ਰਿਫਲੈਕਸ਼ਨ ਪ੍ਰੋਬੇਬਿਲਿਟੀ R ਦੇਵੇਗਾ ਅਤੇ ਟੋਟਲ ਪ੍ਰੋਬੇਬਿਲਿਟੀ ਨੂੰ ਇੱਕ ਕੰਜ਼ਰਵੇਸ਼ਨ ਤੱਕ ਜੋੜਨਾ ਪੈਂਦਾ ਹੈ, ਜਿਸ ਦਾ ਮਤਲਬ ਹੈ ਕਿ R + T 1 ਦੇ ਬਰਾਬਰ ਹੋਣਾ ਚਾਹੀਦਾ ਹੈ। ਇਸ ਲਈ ਇਹ ਸਮਝਣ ਦਾ ਇੱਕ ਤਰੀਕਾ ਹੈ ਅਤੇ ਟਨਲ ਇਫੈਕਟ ਇੱਥੇ ਸਾਬਿਤ ਹੁੰਦਾ ਹੈ ਕਿਉਂਕਿ T ਨਾਨ-ਜ਼ੀਰੋ ਸੀ। ਅਤੇ ਇਸਨੇ ਕਿਹਾ ਕਿ ਟਨਲਿੰਗ ਕੁਆਂਟਮ ਮਕੈਨਿਕਸ ਵਿੱਚ ਹੁੰਦੀ ਹੈ, ਨਾ ਕਿ ਕਲਾਸੀਕਲ ਮਕੈਨਿਕਸ ਵਿੱਚ। ਕਲਾਸਿਕਲੀ T ਰੀਜਨ 2 ਵਿੱਚ 0 ਹੈ। ਤੁਹਾਡੇ ਕੋਲ ਬੈਰੀਅਰ ਵਿੱਚ ਇੱਕ ਨਾਨ ਟ੍ਰਿਵੀਅਲ ਪੋਟੈਂਸ਼ੀਅਲ એનર્ਜੀ ਹੋਵੇਗੀ ਅਤੇ ਤੁਹਾਡੇ ਕੋਲ ਕਿਸ ਕਿਸਮ ਦਾ ਸੋਲਿਊਸ਼ਨ ਹੋਵੇਗਾ? ਮੈਂ ਪਹਿਲਾਂ ਹੀ ਕਿਹਾ ਹੈ ਕਿ ਇਹ ਇੱਕ ਐਕਸਪੋਨੈਂਸ਼ੀਅਲ ਹੋਵੇਗਾ। ਡੈਂਪਿੰਗ ਜਾਂ ਗਰੋਇੰਗ ਕਿਉਂਕਿ ਇਹ ਇੱਕ ਕੰਪੈਕਟ ਰੀਜਨ ਵਿੱਚ ਹੈ, ਤੁਸੀਂ ਇਸ ਨੂੰ ਦੁਬਾਰਾ ਲਿਖ ਸਕਦੇ ਹੋ, ਇਹ ਇੱਕ ਐਕਸਪੋਨੈਂਸ਼ੀਅਲ ਸੋਲਿਊਸ਼ਨ ਹੈ ਅਤੇ ਪਾਰਟੀਕਲ ਡਸਟ ਬੈਰੀਅਰ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਰੀਜਨ 3 ਜਾਂ ਰੀਜਨ 1 ਵਿੱਚ ਇਮਰਜ ਹੋ ਸਕਦੇ ਹਨ। ਕਰਵ ਨੂੰ ਪਲੋਟ ਕਰ ਸਕਦਾ ਹੈ, ਜੋ ਇਸ ਸਮੇਂ ਹੈ। ਇਸ ਲਈ ਇਹ ਐਕਸਪੋਨੈਂਸ਼ਲੀ ਗਰੋਇੰਗ ਅਤੇ ਡੈਂਪਿੰਗ ਦਾ ਸਿਰਫ ਇੱਕ ਲੀਨੀਅਰ ਸੁਪਰਪੋਜੀਸ਼ਨ ਹੈ। ਦੋਵੇਂ ਲੀਨੀਅਰ ਕੰਬੀਨੇਸ਼ਨ ਹੋ ਸਕਦੇ ਹਨ ਅਤੇ ਤੁਹਾਨੂੰ ਇਸ ਪੁਆਇੰਟ ਤੇ ਹੋਣਾ ਚਾਹੀਦਾ ਹੈ। ਵੇਵ ਫੰਕਸ਼ਨ ਦੀ ਕੰਟੀਨਿਊਇਟੀ ਅਤੇ ਵੇਵ ਫੰਕਸ਼ਨ ਦੀ ਡਿਫਰੈਂਸ਼ੀਏਬਿਲਿਟੀ। ਇਸੇ ਤਰ੍ਹਾਂ ਇੱਥੇ ਵੇਵ ਫੰਕਸ਼ਨ ਦੀ ਕੰਟੀਨਿਊਇਟੀ ਅਤੇ ਵੇਵ ਫੰਕਸ਼ਨ ਦੀ ਡਿਫਰੈਂਸ਼ੀਏਬਿਲਿਟੀ ਅਤੇ ਇਹ ਇਸ ਟ੍ਰੈਂਡ ਦਾ ਇੱਕ ਪਲੋਟ ਹੈ ਕਿ ਕਿਵੇਂ ਇਹ ਰੀਜਨ 1 ਅਤੇ ਰੀਜਨ 3 ਤੇ ਓਸੀਲੇਟਰੀ ਹੋਵੇਗਾ ਅਤੇ ਇਹ ਰੀਜਨ ਵਿੱਚ ਐਕਸਪੋਨੈਂਸ਼ਲੀ ਡੈਂਪਿੰਗ ਜਾਂ ਗਰੋਇੰਗ ਹੋਵੇਗਾ। ਠੀਕ ਹੈ, ਇਹ ਸਿਰਫ ਪਹਿਲੇ ਦਾ ਇੱਕ ਹਿੱਸਾ ਹੈ। ਤੁਹਾਡੇ ਕੋਲ ਇੱਕ ਪੋਟੈਂਸ਼ੀਅਲ ਸਟੈਪ ਹੈ ਅਤੇ ਤੁਸੀਂ ਕਰ ਸਕਦੇ ਹੋ। ਪਾਰਟੀਕਲ ਰੀਜਨ 1 ਤੋਂ ਆ ਰਿਹਾ ਹੈ। ਜੇਕਰ ਮੈਂ ਡਾਇਗਰਾਮ ਵਿੱਚ E ਅਬਵ U ਦੇ ਰੂਪ ਵਿੱਚ એનર્ਜੀ ਦਿਖਾਈ ਹੈ, ਜਿਸ ਦਾ ਮਤਲਬ ਹੈ E > U ਹੈ। ਠੀਕ ਹੈ, ਜਿਸ ਦਾ ਮਤਲਬ ਹੈ ਕਿ ਰੀਜਨ 1 ਅਤੇ ਰੀਜਨ 3 ਰੀਜਨ 2 ਵਿੱਚ ਸੋਲਿਊਸ਼ਨ ਦੀ ਕਿਸਮ ਕੀ ਹੈ। ਸਾਈਨੂਸੋਇਡਲ ਤੁਹਾਡੇ ਕੋਲ ਇਹ ਇੱਕ ਓਸੀਲੇਟਰੀ ਸੋਲਿਊਸ਼ਨ ਹੋਵੇਗਾ ਅਤੇ ਤੁਹਾਨੂੰ ਰੀਜਨ ਵਿੱਚ ਸੋਲਿਊਸ਼ਨ ਕਰਨਾ ਹੋਵੇਗਾ ਜੋ ਓਸੀਲੇਟਰੀ ਹੋਵੇਗਾ ਅਤੇ ਪਾਰਟੀਕਲ ਨਹੀਂ ਹੈ। ਇੱਥੇ ਬਹੁਤ ਸਾਰੇ ਕਨਫਾਈਨਮੈਂਟ ਹਨ। ਇੱਕ ਬਾਕਸ ਵਿੱਚ ਪਾਰਟੀਕਲ ਇੱਕ ਰੀਜਨ ਤੱਕ ਕਨਫਾਈਨ ਹੁੰਦਾ ਹੈ ਅਤੇ ਬਾਕਸ ਦੇ ਅੰਦਰ ਪਾਰਟੀਕਲ ਫਰੀ ਹੁੰਦਾ ਹੈ। ਇਹ ਸੁਤੰਤਰ ਰੂਪ ਵਿੱਚ ਘੁੰਮਦਾ ਰਹਿੰਦਾ ਹੈ ਅਤੇ ਇੱਕ ਵਾਰ ਜਦੋਂ ਇਹ ਇਸ ਪੋਟੈਂਸ਼ੀਅਲ એનર્ਜੀ ਨੂੰ ਬੰਦ ਕਰ ਦਿੰਦਾ ਹੈ ਤਾਂ ਇਹ ਇੱਕ ਮਾਮੂਲੀ ਡਿਫਲੈਕਸ਼ਨ ਦਿਖਾਏਗਾ ਕਿਉਂਕਿ ਇਸ ਦੀ એનર્ਜੀ ਮਾਈਨਸ ਕਾਈਨੈਟਿਕ એનર્ਜੀ ਘਟ ਜਾਵੇਗੀ। ਇਹ ਸਭ ਕੁਝ ਹੋਵੇਗਾ, ਨਹੀਂ ਤਾਂ ਉਹ ਫਰੀ ਪਾਰਟੀਕਲ ਹਨ ਅਤੇ ਤੁਹਾਡੇ ਕੋਲ ਰੀਜਨ 1 ਅਤੇ ਰੀਜਨ 2 ਹਨ ਅਤੇ ਤੁਸੀਂ ਇਹਨਾਂ ਟਰਮਜ਼ ਨੂੰ
ਇਨਸੀਡੈਂਟ ਵੇਵ, ਰਿਫਲੈਕਟਡ ਵੇਵ ਅਤੇ ਟਰਾਂਸਮਿਟਡ ਵੇਵ ਵਜੋਂ ਇੰਟਰਪ੍ਰੇਟ ਕਰ ਸਕਦੇ ਹੋ? ਠੀਕ ਹੈ। ਕੀ ਸਾਡੇ ਕੋਲ ਡੀ ਹੋ ਸਕਦਾ ਹੈ? ਕੀ ਡੀ ਦੀ ਅਨੁਮਤੀ ਹੈ? ਡੀ ਦੀ ਅਨੁਮਤੀ ਨਹੀਂ ਹੈ ਜੇਕਰ ਤੁਸੀਂ ਖੱਬੇ ਪਾਸੇ ਤੋਂ ਆਉਣ ਵਾਲੇ ਇਨਸੀਡੈਂਟ ਬੀਮ ਨੂੰ ਲੈਂਦੇ ਹੋ। ਇਸੇ ਤਰ੍ਹਾਂ ਜੇਕਰ ਤੁਸੀਂ ਸੱਜੇ ਪਾਸੇ ਤੋਂ ਆਉਣ ਵਾਲੇ ਇਨਸੀਡੈਂਟ ਬੀਮ ਨੂੰ ਲੈਂਦੇ ਹੋ ਤਾਂ ਇਸ ਲਈ ਤੁਸੀਂ ਇਹ ਯਕੀਨੀ ਬਣਾਉਂਦੇ ਹੋ ਕਿ ਇਹ ਉਚਿਤ ਕੋਐਫੀਸ਼ੀਐਂਟ ਪ੍ਰੋਬਲਮ ਦੇ ਆਧਾਰ ਤੇ ਸੈੱਟ ਕੀਤਾ ਗਿਆ ਹੈ। ਠੀਕ ਹੈ, ਤਾਂ ਇਹ ਦੋ ਸੋਲਿਊਸ਼ਨ ਜੋ ਦਿੱਤੇ ਗਏ ਹਨ, ਡਿਫਰੈਂਸ਼ੀਅਲ ਇਕੁਏਸ਼ਨ ਦੇ ਸੋਲਿਊਸ਼ਨ ਹਨ, ਪਰ ਕਿਹੜਾ ਡਿਪੈਂਡੈਂਟ ਹੋਵੇਗਾ? ਜੇਕਰ ਮੈਂ ਕਹਾਂ ਕਿ ਇਨਸੀਡੈਂਟ ਬੀਮ ਸੱਜੇ ਤੋਂ ਆ ਰਹੀ ਹੈ ਤਾਂ ਤੁਸੀਂ ਉਚਿਤ ਤਰੀਕੇ ਨਾਲ ਰੱਖ ਰਹੇ ਹੋ। ਸਿਰਫ ਟਰਾਂਸਮਿਟਡ ਬੀਮ ਨੂੰ ਰੀਜਨਸ ਵਿੱਚ ਅਨੁਮਤੀ ਦਿੱਤੀ ਜਾਵੇਗੀ। ਠੀਕ ਹੈ। ਅਤੇ ਬਾਉਂਡਰੀ ਕੰਡੀਸ਼ਨ ਦਾ ਬਾਉਂਡਰੀ ਕੰਡੀਸ਼ਨ ਡੈਰੀਵੇਟਿਵ ਵੇਖੋ ਕਿ ਡੀ ਬ੍ਰੋਗਲੀ ਵੇਵਲੈਂਥ ਰੀਜਨ 1 ਅਤੇ ਰੀਜਨ 2 ਵਿੱਚ ਕਿਵੇਂ ਕੰਪੇਅਰ ਕਰਦੀ ਹੈ। ਠੀਕ ਹੈ। ਅਤੇ ਸੀ ਲੈਸ ਦੈਨ ਈ ਲਈ ਸਮਾਨ ਅਭਿਆਸ ਕਰੋ। ਠੀਕ ਹੈ। ਤੁਹਾਡੇ ਕੋਲ ਹੋਵੇਗਾ। ਜੇਕਰ ਈ ਲੈਸ ਦੈਨ ਯੂ ਹੈ ਤਾਂ ਰੀਜਨ 2 ਵਿੱਚ ਇਹ ਐਕਸਪੋਨੈਂਸ਼ਲੀ ਗਰੋਇੰਗ ਜਾਂ ਡੈਂਪਿੰਗ ਹੋਵੇਗਾ। ਪਰ ਕਿਉਂਕਿ ਰੀਜਨ 2 ਪਲਸ ਇਨਫਿਨਿਟੀ ਤੱਕ ਜਾਂਦਾ ਹੈ, ਤੁਹਾਨੂੰ ਸੀ ਇਕੁਅਲ ਟੂ ਸੀ ਨੂੰ ਬਹੁਤ ਸਿਸਟੇਮੈਟਿਕ ਕਰਨਾ ਹੋਵੇਗਾ। ਕੁਝ ਨਹੀਂ। ਅਜਿਹਾ ਨਹੀਂ ਹੈ ਅੱਜ। ਇਹ ਜਵਾਬ ਹੋਵੇਗਾ ਕੱਲ ਨੂੰ ਇਹ ਇੱਕ ਵੱਖਰਾ ਜਵਾਬ ਹੋਵੇਗਾ। ਇਸ ਲਈ ਇਹੀ ਲੌਜਿਕਲੀ ਆਰਗਿਊਡ ਅਤੇ ਫਿਕਸ ਹੋਣ ਜਾ ਰਿਹਾ ਹੈ। ਠੀਕ ਹੈ, ਇਸ ਲਈ ਬਾਉਂਡ ਸਿਸਟਮ ਕੀ ਹੈ? ਬਾਉਂਡ ਸਿਸਟਮ ਦਾ ਮਤਲਬ ਕੀ ਹੈ ਕਿ ਇਹ ਇੱਕ ਰੀਜਨ ਵਿੱਚ ਇੱਕ ਤਰ੍ਹਾਂ ਦਾ ਕੰਸਟ੍ਰੇਨਡ ਹੈ। ਜਿਵੇਂ ਕਿ ਇੱਕ ਬਾਕਸ ਵਿੱਚ ਪਾਰਟੀਕਲ ਇੱਕ ਬਾਉਂਡ ਸਿਸਟਮ ਹੈ। ਹਾਰਮੋਨਿਕ ਓਸੀਲੇਟਰ ਬਾਰੇ ਕੀ ਹੈ? ਹਾਰਮੋਨਿਕ ਓਸੀਲੇਟਰ ਵਿੱਚ ਕੁਝ ਕਿਸਮ ਦੀ ਪੋਟੈਂਸ਼ੀਅਲ ਹੁੰਦੀ ਹੈ। ਜਿਵੇਂ ਕਿ એનર્ਜੀ E ਨਾਲ ਇੱਕ ਪਾਰਟੀਕਲ ਹੁੰਦਾ ਹੈ। ਠੀਕ ਹੈ। ਕਲਾਸਿਕਲੀ ਇਹ ਦੋ ਟਰਨਿੰਗ ਪੁਆਇੰਟਸ ਹਨ। ਤੁਸੀਂ ਸਾਰੇ ਸਹਿਮਤ ਹੋ? ਠੀਕ ਹੈ। ਉਸ ਪੁਆਇੰਟ ਤੋਂ ਅੱਗੇ ਇਹ ਨਹੀਂ ਜਾ ਸਕਦਾ ਕਿਉਂਕਿ ਇਸ ਦੀ ਕਾਈਨੈਟਿਕ એનર્ਜੀ ਨੈਗੇਟਿਵ ਬਣ ਜਾਵੇਗੀ। ਇਸ ਲਈ ਆਮ ਤੌਰ ਤੇ ਇਹ ਕਿਸੇ ਕਿਸਮ ਦਾ ਬਾਉਂਡ ਸਿਸਟਮ ਹੋਣ ਜਾ ਰਿਹਾ ਹੈ। ਜਿੱਥੇ ਇੱਕ ਬਾਉਂਡ ਸਿਸਟਮ ਦੀ ਫਾਰਮਲ ਡੈਫੀਨੇਸ਼ਨ ਇਹ ਹੈ ਕਿ ਜੇਕਰ E ਪਲਸ ਇਨਫਿਨਿਟੀ ਤੇ V ਤੋਂ ਘੱਟ ਹੈ ਅਤੇ V ਮਾਈਨਸ ਇਨਫਿਨਿਟੀ ਤੇ ਅਸੀਂ ਇਸ ਨੂੰ ਬਾਉਂਡ ਸਿਸਟਮ ਕਹਿੰਦੇ ਹਾਂ। ਇੱਕ ਬਾਕਸ ਵਿੱਚ ਪਾਰਟੀਕਲ ਇਸ ਨੂੰ ਪੂਰਾ ਕਰਦਾ ਹੈ। ਹਾਰਮੋਨਿਕ ਓਸੀਲੇਟਰ ਇਸ ਨੂੰ ਪੂਰਾ ਕਰਦਾ ਹੈ। ਇਹ ਸਭ ਬਾਉਂਡ ਹਨ। ਹਾਈਡਰੋਜਨ ਐਟਮ ਬਾਰੇ ਕੀ ਹੈ? ਹਾਈਡਰੋਜਨ ਐਟਮ ਬਾਰੇ ਕੀ ਹੈ? ਪੋਟੈਂਸ਼ੀਅਲ એનર્ਜੀ ਕੀ ਹੈ? ਆਰ ਟੈਂਡਿੰਗ ਟੂ ਇਨਫਿਨਿਟੀ ਲਈ ਕੀ ਹੁੰਦਾ ਹੈ? ਬਾਉਂਡ ਸਟੇਟ ਲਈ ਕੰਡੀਸ਼ਨ ਹੈ E less than V at R tending to infinity, ਜਿਸ ਦਾ ਮਤਲਬ ਹੈ E less than 0। ਬਾਉਂਡ ਸਟੇਟਸ ਹਨ ਤੁਹਾਡੀਆਂ ਸਾਰੀਆਂ ਹਾਈਡਰੋਜਨ ਐਟਮ ਸਪੈਕਟਰਮ એનર્ਜੀਸ ਨੈਗੇਟਿਵ ਜਾਂ ਨੈਗੇਟਿਵ ਹਨ। ਠੀਕ ਹੈ। ਮੰਨ ਲਓ ਕਿ ਮੈਂ E ਨੂੰ ਪੋਜ਼ਿਟਿਵ ਬਣਾਉਂਦਾ ਹਾਂ। ਉਹ ਕਿਹੜੀਆਂ ਸਟੇਟਸ ਹਨ ਜਿਨ੍ਹਾਂ ਨੂੰ ਲਾਊਡਰ ਸਕੈਟਰਿੰਗ ਸਟੇਟਸ ਕਿਹਾ ਜਾਂਦਾ ਹੈ? E greater than 0 ਹਾਈਡਰੋਜਨ ਐਟਮ ਨੂੰ ਸਕੈਟਰਿੰਗ ਸਟੇਟ ਕਿਹਾ ਜਾਂਦਾ ਹੈ। ਠੀਕ ਹੈ। ਸਕੈਟਰਿੰਗ ਸਟੇਟ ਜਨਰਲ ਲਈ ਕੀ ਕੰਡੀਸ਼ਨ ਹੈ? ਜੇਕਰ E greater than V at plus infinity ਜਾਂ V at minus infinity ਹੈ। ਫਿਰ ਸਕੈਟਰਿੰਗ ਸਟੇਟ
ਸਿਰਫ ਬਾਉਂਡ ਸਟੇਟ ਲਈ ਕੰਡੀਸ਼ਨ ਇਨਫਿਨਿਟੀ ਤੋਂ ਘੱਟ ਹੈ ਅਤੇ v ਤੇ ਇਨਫਿਨਿਟੀ ਹੈ ਅਤੇ ਅਸੀਂ ਇਸ ਨੂੰ ਬਾਉਂਡ ਸਟੇਟਸ ਕਹਿੰਦੇ ਹਾਂ। ਇਸ ਨੂੰ ਇੱਕ ਬੈਰੀਅਰ ਬਣਾ ਕੇ ਵੀ ਦੇਖ ਸਕਦੇ ਹੋ। ਤੁਸੀਂ ਬੈਰੀਅਰਜ਼ ਬਣਾ ਸਕਦੇ ਹੋ ਜਿਵੇਂ ਆਰਬਿਟਰੇਰੀ ਤੁਸੀਂ ਜਾਣਦੇ ਹੋ। ਇਸ ਤਰ੍ਹਾਂ ਦਾ ਕੁਝ ਅਤੇ ਦੇਖੋ ਕਿ ਕੀ ਤੁਹਾਡੇ ਕੋਲ એનર્ਜੀ ਵਾਲਾ ਪਾਰਟੀਕਲ ਹੈ। ਮੰਨ ਲਓ ਇਹ ਇੱਕ ਜਦੋਂ ਇਹ ਇਸ ਪੁਆਇੰਟ ਤੇ ਆਉਂਦਾ ਹੈ ਤਾਂ ਹੋ ਸਕਦਾ ਹੈ ਕਿ ਇਹ ਸੰਭਵ ਨਾ ਹੋਵੇ ਕਿ ਇਹ ਅਸਲ ਵਿੱਚ ਇੱਕ ਵੱਡੀ ਪੀਕ ਹੈ। ਕਲਾਈਂਬ ਦੇ ਯੋਗ ਨਹੀਂ ਹੋ ਸਕਦਾ ਪਰ ਇਹ ਅਜੇ ਵੀ ਬਾਹਰ ਆ ਸਕਦਾ ਹੈ। ਇਹ ਟ੍ਰੈਪਡ ਨਹੀਂ ਹੋ ਰਿਹਾ। ਇਸ ਕਰਕੇ ਇਹ ਇੱਕ ਸਕੈਟਰਿੰਗ ਸਟੇਟ ਹੈ। ਅਤੇ ਜੇਕਰ ਤੁਹਾਡੇ ਕੋਲ ਇਨਫਾਈਨਾਈਟ ਵਰਗੀਆਂ ਚੀਜ਼ਾਂ ਵਿੱਚ ਇੱਕ ਪਾਰਟੀਕਲ ਹੈ ਅਤੇ ਤੁਹਾਡੇ ਕੋਲ ਇੱਥੇ ਇੱਕ ਪਾਰਟੀਕਲ ਹੈ ਤਾਂ ਇਹ ਟ੍ਰੈਪਡ ਹੋ ਜਾਂਦਾ ਹੈ। ਫਿਰ ਇਹ ਇੱਥੇ એનર્ਜੀ ਦੇ ਨਾਲ ਆਉਂਦਾ ਹੈ ਅਤੇ ਇਹ ਉੱਪਰ ਨਹੀਂ ਜਾ ਸਕਦਾ ਅਤੇ ਇਹ ਇੱਥੇ ਜਾ ਰਿਹਾ ਹੈ। ਇਹ ਵੀ ਕਿ ਅਸੀਂ ਉੱਪਰ ਨਹੀਂ ਜਾ ਸਕਦੇ ਕਿ ਕਿਸ ਤਰ੍ਹਾਂ ਦਾ ਟ੍ਰੈਪ ਹੈ ਕਿ ਇੱਕ ਬਾਉਂਡ ਸਿਸਟਮ। ਇਹ ਤਸਵੀਰ ਗ੍ਰਿਫਿਥ ਦੇ ਚੈਪਟਰ 2 ਵਿੱਚ ਬਹੁਤ ਵਧੀਆ ਢੰਗ ਨਾਲ ਦਿੱਤੀ ਗਈ ਹੈ। ਤੁਹਾਨੂੰ ਟਰਨਿੰਗ ਪੁਆਇੰਟ ਦੇਖਣੇ ਚਾਹੀਦੇ ਹਨ ਅਤੇ ਜਦੋਂ ਤੁਹਾਡੇ ਕੋਲ ਤਸਵੀਰ ਦੇ ਰੂਪ ਵਿੱਚ ਚੀਜ਼ਾਂ ਹੋਣ ਤਾਂ ਇਸ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਬਾਉਂਡ ਸਟੇਟ ਕੀ ਹੈ? ਸਕੈਟਰਿੰਗ ਸਟੇਟ ਕੀ ਹੈ? ਹਾਈਡਰੋਜਨ ਐਟਮ ਲਈ E0 ਤੋਂ ਘੱਟ ਕਿਉਂ ਇੱਕ ਬਾਉਂਡ ਸਟੇਟ ਹੈ? E ਪੋਜ਼ਿਟਿਵ ਇੱਕ ਸਕੈਟਰਿੰਗ ਸਟੇਟ ਹੋਵੇਗੀ। ਇਸ ਦੀ ਤਸਵੀਰ ਪ੍ਰਾਪਤ ਕਰਕੇ ਚੰਗਾ ਲੱਗਿਆ। ਹੁਣ ਤੱਕ ਤੁਸੀਂ ਕਨਸਟੈਂਟ ਪੋਟੈਂਸ਼ੀਅਲਸ ਦੇ ਨਾਲ ਸਿਰਫ ਸਟੈਪ ਪੋਟੈਂਸ਼ੀਅਲ ਕੀਤਾ ਹੈ ਅਤੇ ਇਸ ਤਰ੍ਹਾਂ ਹੀ। ਪਰ ਹਾਰਮੋਨਿਕ ਓਸੀਲੇਟਰ ਪਹਿਲਾਂ ਇੱਕ ਹੁੰਦੇ ਹਨ ਜੋ ਨਾਨ ਟ੍ਰਿਵੀਅਲ ਹੋਣ ਜਾ ਰਹੇ ਹਨ। ਇਸ ਲਈ ਇਹ v ਆਫ x ਵਰਸਸ x ਦਾ ਪਲੋਟ ਹੈ। ਠੀਕ ਹੈ। ਤਾਂ ਇਸ ਤਰ੍ਹਾਂ ਦੀ ਪੋਟੈਂਸ਼ੀਅਲ ਵੀ ਸੰਭਵ ਹੈ ਵੀ ਸਾਈਨੂਸੋਇਡਲ ਨਹੀਂ ਹੋਵੇਗਾ। ਹਰ ਤਰ੍ਹਾਂ ਦੀਆਂ ਪੋਟੈਂਸ਼ੀਅਲਸ ਹੋਣਗੀਆਂ। ਇਸ ਲਈ ਸਾਡੇ ਕੋਲ ਇਹ ਦੇਖਣ ਦਾ ਪੋਟੈਂਸ਼ੀਅਲ ਤਰੀਕਾ ਹੈ। ਪਹਿਲਾਂ ਦੇਖੋ ਕਿ ਪੋਟੈਂਸ਼ੀਅਲ ਪਲੱਸ ਜਾਂ ਮਾਈਨਸ ਇਨਫਿਨਿਟੀ ਤੇ ਕਿਵੇਂ ਜਾਂਦਾ ਹੈ। ਜੇਕਰ ਤੁਸੀਂ ਇੱਕ 1D ਪ੍ਰੋਬਲਮ ਕਰ ਰਹੇ ਹੋ, ਜੇਕਰ ਸਫੈਰਿਕਲ ਕੋਆਰਡੀਨੇਟ ਕਰ ਰਹੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਂਡ ਕਿਵੇਂ ਇਕੁਅਲ ਟੂ 0 ਜਾਂ r ਇਕੁਅਲ ਟੂ ਇਨਫਿਨਿਟੀ ਹੈ। ਦੇਖੋ ਕੀ ਹੁੰਦਾ ਹੈ। ਇਹ ਤੈਅ ਕਰਦਾ ਹੈ ਕਿ ਕੀ ਸੋਲਿਊਸ਼ਨ ਹਨ। એનર્ਜੀਸ ਦਾ ਰੇਜੀਮ ਕੀ ਹੈ ਜਿੱਥੇ ਸੋਲਿਊਸ਼ਨ ਇੱਕ ਬਾਉਂਡ ਸਟੇਟ ਹੋਵੇਗਾ। ਉਹ ਕਿਹੜਾ ਰੇਜੀਮ ਹੈ ਜਿੱਥੇ ਸੋਲਿਊਸ਼ਨ ਇੱਕ ਸਕੇਟਡ ਸਟੇਟ ਹੋਣਗੇ। ਠੀਕ ਹੈ। ਠੀਕ ਹੈ, ਤਾਂ ਆਓ ਬਾਉਂਡ ਸਿਸਟਮ ਤੇ ਪਹੁੰਚੀਏ ਜਿਸ ਤਰ੍ਹਾਂ ਤੁਹਾਨੂੰ ਯਕੀਨ ਦਿਵਾਇਆ ਜਾਂਦਾ ਹੈ ਕਿ ਇੱਕ ਰੀਜਨ ਤੱਕ ਸੀਮਤ ਹੈ। ਇੱਕ ਬਾਕਸ ਵਿੱਚ ਪਾਰਟੀਕਲ ਇੱਕ ਬਾਉਂਡ ਸਿਸਟਮ ਹੈ। ਹਾਰਮੋਨਿਕ ਓਸੀਲੇਟਰ ਵੀ ਇੱਕ ਬਾਉਂਡ ਸਿਸਟਮ ਹੈ ਕਿਉਂਕਿ 1D ਪ੍ਰੋਗਰਾਮ ਵਿੱਚ ਪਾਰਟੀਕਲ ਦੀ એનર્ਜੀ ਹਮੇਸ਼ਾ ਪੋਟੈਂਸ਼ੀਅਲ ਇਨਫਿਨਿਟੀ ਪਲੱਸ ਜਾਂ ਮਾਈਨਸ ਇਨਫਿਨਿਟੀ ਤੋਂ ਘੱਟ ਹੁੰਦੀ ਹੈ। ਉਹ ਸਾਰੇ ਬਾਉਂਡ ਸਿਸਟਮ ਹੁੰਦੇ ਹਨ। ਫੋਰਮਲੀ ਤੁਸੀਂ 1 ਡਾਇਮੈਂਸ਼ਨਲ ਹਾਰਮੋਨਿਕ ਓਸੀਲੇਟਰ ਲਿਖ ਸਕਦੇ ਹੋ ਜਿੱਥੇ ਫੋਰਸ ਡਿਸਪਲੇਸਮੈਂਟ ਦੇ ਪ੍ਰੋਪੋਰਸ਼ਨਲ ਹੁੰਦਾ ਹੈ। ਅਤੇ ਉੱਥੋਂ ਕੰਜ਼ਰਵੇਟਿਵ ਸਿਸਟਮਸ ਲਈ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਪੋਟੈਂਸ਼ੀਅਲ એનર્ਜੀ ਕੀ ਹੈ ਅਤੇ ਤੁਹਾਨੂੰ b ਆਫ x ਇਕੁਅਲ ਟੂ ਮਿਲਦਾ ਹੈ। ਠੀਕ ਹੈ। ਬਾਉਂਡਰੀ ਕੰਡੀਸ਼ਨ ਨੂੰ ਫਿਕਸ ਕਰ ਸਕਦਾ ਹੈ ਅਤੇ ਕਨਸਟੈਂਟ ਨੂੰ 0 ਫਿਕਸ ਕਰ ਸਕਦਾ ਹੈ। ਹੁਣ ਤੱਕ ਅਸੀਂ ਪੋਟੈਂਸ਼ੀਅਲ એનર્ਜੀਸ ਕੀਤੀਆਂ ਹਨ ਜੋ ਕਿ x ਡਿਪੈਂਡੈਂਟ ਹੋਣ ਦੇ ਬਾਵਜੂਦ ਕੁਝ ਰੀਜਨਸ ਵਿੱਚ ਕਨਸਟੈਂਟ ਸੀ। ਇਹ ਕੁਝ ਰੀਜਨ ਵਿੱਚ 0 ਸੀ, ਪਰ ਅਸੀਂ ਕਦੇ ਵੀ ਪ੍ਰੋਬਲਮਸ ਹੱਲ ਨਹੀਂ ਕੀਤੀਆਂ ਜਿੱਥੇ v ਆਫ x ਵੱਖ-ਵੱਖ x ਤੇ ਵੱਖਰਾ ਹੈ। ਠੀਕ ਹੈ। ਤਾਂ ਇਹ x ਡਿਪੈਂਡੈਂਸ ਹੈ ਜੋ ਕਿ ਸਭ ਤੋਂ ਸਰਲ ਪ੍ਰੋਬਲਮ ਹੈ ਜੋ ਅਸੀਂ ਹਮੇਸ਼ਾ ਕਿਸੇ ਵੀ ਸਿਸਟਮ ਵਿੱਚ ਦੇਖਦੇ ਹਾਂ। ਭਾਵੇਂ ਤੁਸੀਂ ਕਿਸੇ ਵੀ ਸਿਸਟਮ ਨੂੰ ਪੋਟੈਂਸ਼ੀਅਲ ਨਾਲ ਲੈਂਦੇ ਹੋ ਤਾਂ ਤੁਸੀਂ ਟੇਲਰ ਸੀਰੀਜ਼ ਵਿੱਚ ਉਸ ਪੋਟੈਂਸ਼ੀਅਲ એનર્ਜੀ ਨੂੰ ਵਧਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਪਹਿਲੀ ਨਾਨ ਟ੍ਰਿਵੀਅਲ ਟਰਮ ਵਿੱਚ x ਮਾਈਨਸ x ਨਾਟ ਸਕੁਏਅਰਡ ਹੋਵੇਗਾ ਜੋ ਕਿ ਸਮ ਫੰਕਸ਼ਨ p ਡਬਲ ਪ੍ਰਾਈਮ ਨਾਲ ਮਲਟੀਪਲਾਈ ਕਰਦਾ ਹੈ। ਇਸ ਲਈ ਕੁਝ ਖਾਸ ਰੀਜਨਸ ਦੇ ਬਹੁਤ ਨੇੜੇ ਹੈ ਜੋ ਤੁਸੀਂ ਇੱਕ ਹਾਰਮੋਨਿਕ ਓਸੀਲੇਟਰ ਵਾਂਗ ਦੇਖ ਸਕਦੇ ਹੋ। ਅਤੇ ਹਾਰਮੋਨਿਕ ਓਸੀਲੇਟਰ ਪੋਟੈਂਸ਼ੀਅਲ ਜੋ ਇਹ ਜਾਣਨ ਲਈ ਬਹੁਤ ਮਹੱਤਵਪੂਰਨ ਹੈ ਕਿ ਕਿਵੇਂ ਹੱਲ ਕਰਨਾ ਹੈ। ਠੀਕ ਹੈ।
ਅਤੇ ਪੋਟੈਂਸ਼ੀਅਲ ਐਨਰਜੀਸ ਇੰਡੀਪੈਂਡੈਂਟ ਆਫ ਟਾਈਮ। ਇਸ ਲਈ ਤੁਸੀਂ ਆਪਣੇ ਵੇਵ ਫੰਕਸ਼ਨ ਨੂੰ ਇਸ ਤਰ੍ਹਾਂ ਲਿਖ ਸਕਦੇ ਹੋ, ਦੱਦਾ ਟਾਈਮ ਡਿਪੈਂਡੈਂਟ ਪੀਸ ਹੈ ਜੇ ਫੇਜ਼ ਫੈਕਟਰ ਮਲਟੀਪਲਾਈਂਗ ਫਾਈ ਆਫ ਐਕਸ। ਅਤੇ ਤੁਸੀਂ ਸ਼੍ਰੋਡਿੰਗਰ ਇਕੁਏਸ਼ਨ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਤਾਂ ਕਿ ਲੋੜਾਂ ਕੀ ਹਨ। ਵੇਵ ਫੰਕਸ਼ਨ ਨੂੰ ਚੰਗੀ ਤਰ੍ਹਾਂ ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ, ਬਲੋ ਅਪ ਨਹੀਂ ਹੋਣਾ ਚਾਹੀਦਾ। ਕੀ x 0 ਵੱਲ ਜਾਂਦਾ ਹੈ, x ਪਲਸ ਜਾਂ ਮਾਈਨਸ ਇਨਫਿਨਿਟੀ ਵੱਲ ਜਾਂਦਾ ਹੈ, ਵੇਵ ਫੰਕਸ਼ਨ ਨੂੰ 0 ਤੇ ਜਾਣਾ ਪੈਂਦਾ ਹੈ। ਤੁਸੀਂ ਆਪਣੇ ਪਿਛਲੇ ਸਾਲ ਦੇ ਕੋਰਸ ਵਿੱਚ ਕੀ ਕੀਤਾ ਸੀ? ਤੁਸੀਂ ਇੱਕ ਫੰਕਸ਼ਨਲ ਫੋਰਮ ਲਿਆ ਸੀ ਅਤੇ ਇਸ ਫੰਕਸ਼ਨਲ ਫੋਰਮ ਵਿੱਚ ਇਹ ਪ੍ਰੋਪਰਟੀ ਹੁੰਦੀ ਹੈ ਜਿਵੇਂ ਪਲਸ ਜਾਂ ਮਾਈਨਸ ਇਨਫਿਨਿਟੀ ਤੱਕ ਵੱਧਦੀ ਹੈ ਤਾਂ ਇਹ 0 ਹੋ ਜਾਂਦੀ ਹੈ। ਤੁਸੀਂ ਇਸ ਨਾਲ ਸਾਰੇ ਸਹਿਮਤ ਹੋ, ਬਸ਼ਰਤੇ ਇਹ ਨੈਗੇਟਿਵ ਹੋਣਾ ਚਾਹੀਦਾ ਹੈ। ਠੀਕ ਹੈ। ਇਸ ਲਈ n 0 ਦੇ ਬਰਾਬਰ ਲਈ f0 ਨੂੰ ਇੱਕ ਲਓ ਅਤੇ ਚੈੱਕ ਕਰੋ ਕਿ ਕੀ ਇਹ ਇਕੁਏਸ਼ਨ ਨੂੰ ਪੂਰਾ ਕਰਦਾ ਹੈ। ਅਤੇ ਫਿਰ ਤੁਸੀਂ ਇਸ ਦਾ ਪਤਾ ਲਗਾ ਸਕਦੇ ਹੋ ਕਿ ਤੁਸੀਂ ਵੇਰੀਏਬਲ ਦੀ ਇੱਕ ਸੁਵਿਧਾਜਨਕ ਤਬਦੀਲੀ ਕਰ ਸਕਦੇ ਹੋ ਅਤੇ ਇਸ ਨੂੰ ਹੱਲ ਕਰ ਸਕਦੇ ਹੋ ਅਤੇ ਇਹ ਕੰਡੀਸ਼ਨ ਲਗਾਓ ਕਿ ਮੈਂ ਸਿਰਫ ਇਕੁਏਸ਼ਨ ਲਈ ਵੇਰੀਏਬਲ ਵਿੱਚ ਤਬਦੀਲੀ ਕੀਤੀ ਹੈ, ਸਿਰਫ ਇਕੁਏਸ਼ਨ ਹੋਰ ਬਿਹਤਰ ਦਿਖਣ ਲਈ, ਹੋਰ ਕੁਝ ਨਹੀਂ। ਠੀਕ ਹੈ। ਅਲਫਾ ਅਤੇ ਰੋ ਵੇਰੀਏਬਲ ਦੀ ਤਬਦੀਲੀ ਨੂੰ ਬਿਹਤਰ ਬਣਾਉਂਦੇ ਹਨ ਅਤੇ ਤੁਸੀਂ ਉਪਰੋਕਤ ਇਕੁਏਸ਼ਨ ਵਿੱਚ ਅਲਫਾ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ। ਅੱਗੇ ਬਦਲੋ। ਵੇਰੀਏਬਲ ਦੀ ਇੱਕ ਤਬਦੀਲੀ ਕਰੋ ਤਾਂ ਜੋ ਇਹ ਇੱਕ ਫੈਮਿਲੀਅਰ ਇਕੁਏਸ਼ਨ ਬਣ ਜਾਵੇ ਜਿਸ ਦਾ ਸੋਲਿਊਸ਼ਨ ਲੱਭਿਆ ਜਾ ਸਕਦਾ ਹੈ। ਇਸ ਇਕੁਏਸ਼ਨ ਦਾ ਕੀ ਸੋਲਿਊਸ਼ਨ ਹੈ? ਪਾਵਰ ਆਫ ਮਾਈਨਸ ਹਾਫ ਟੀ ਪਲਸ ਜਾਂ ਮਾਈਨਸ ਹੈ। ਇਸ ਲਈ ਮੈਂ ਇੱਥੇ ਰੁਕ ਜਾਵਾਂਗੀ।